ਅੰਮ੍ਰਿਤਪਾਲ ਨੇ ਥਾਣੇ ਦੇ ਵਿੱਚ ਬੈਠ ਕੇ ਇਹ ਕਿਹਾ ਆਪਣੇ ਇੱਕ ਵੀਡੀਓ ਦੇ ਵਿੱਚ ਸਾਰੀ ਮੀਡੀਆ ਦੇ ਸਾਹਮਣੇ, ਐਸਐਸਪੀ ਸਾਹਿਬ ਵੀ ਆਪਣੇ ਮੱਥੇ ਉੱਤੇ ਰੁਮਾਲ ਬੰਨ ਕੇ ਉੱਥੇ ਬੈਠੇ ਸੀਗੇ ਕਿ ਏਜੰਸੀਆਂ ਕਹਿੰਦੀਆਂ ਸੀਗੀਆਂ ਕਿ ਇਹਦੀ ਹੌਂਕ ਤੇ ਜਾਂ ਇਹਦੇ ਬੁਲਾਏ ਤੇ 4 ਬੰਦੇ ਨਹੀਂ ਇਕੱਠੇ ਹੁੰਦੇ, ਦੇਖੋ ਮੈਂ ਕਿੰਨਾ ਵੱਡਾ ਕੱਟ ਕਰਤਾ। ਤਾਂ ਉਹਦਾ ਮੋਟਿਵ ਕੀ ਸੀਗਾ? ਉਹਦਾ ਮੋਟਿਵ ਇਕੱਠ ਕਰਕੇ ਆਪਣਾ ਏਜੰਸੀ ਦੀ ਨਜ਼ਰ ਦੇ ਵਿੱਚ ਕੋਈ ਇਮੇਜ ਬਣਾਉਣਾ ਸੀਗਾ, ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਸੀਗਾ, ਜਾਂ ਕੁੱਟਮਾਰ ਕਰਨੀ ਸੀਗੀ। ਇਹ ਸਾਰੀਆਂ ਚੀਜ਼ਾਂ ਨੇ ਬੜੇ ਸਵਾਲ ਖੜੇ ਕਰ ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਫਿਰ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਤੇ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨ ਨਹੀਂ ਡਰਦਾ, ਜੇ ਕਿ ਯੁੱਧ ਦੇ ਵਿੱਚ ਕੱਢ ਕੇ ਪਸੌਲ ਮਾਰੋ ਗੋਲੀ। ਸਵੇਰੇ 8 ਵਜੇ ਕਾਲ ਦਿੱਤੀ ਜਾਂਦੀ ਹੈ ਤੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਕੱਟ ਹੁੰਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਜੋ ਹੋਈਆਂ, ਕੱਟ ਹੋਇਆ, ਜਿਹਨੂੰ ਤੁਸੀਂ ਇੰਟੈਲੀਜੈਂਸ ਫੇਲਰ ਕਹਿ ਰਹੇ ਹੋ, ਮੈਨੂੰ ਲੱਗਦਾ ਹੈ ਕੋਈ ਇਹਨਾਂ ਦੇ ਉੱਤੇ ਇੱਕ ਛਤਰੀ ਹੈ ਬਹੁਤ ਬੜੀ, ਜਿਹੜੀ ਇਹਨਾਂ ਦੇ ਉੱਤੇ ਕੋਈ ਗੜੇ ਨਹੀਂ ਗਿਰਨ ਦੇ ਰਹੀ, ਮੀਂਹ ਨਹੀਂ ਪੈਣ ਦੇ ਰਹੀ। ਉਹ ਛਤਰੀ ਕੋਈ ਪੋਲੀਟੀਕਲ ਅਸਾਈਲਮ ਹੋ ਸਕਦਾ ਹੈ, ਕੋਈ ਪੋਲੀਟੀਕਲ ਸਪੋਰਟ ਹੋ ਸਕਦੀ ਹੈ, ਉਹ ਉੱਥੋਂ ਹੋ ਸਕਦੀ ਹੈ ਜਿਸ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਵੇ। ਤਾਂ ਪੰਜਾਬ ਦਾ ਮਾਹੌਲ ਜੇ ਖਰਾਬ ਹੋਊਗਾ ਤਾਂ ਇੱਕ ਪੰਥਕ ਪੋਲਿਟਿਕਸ ਨੂੰ ਨਵੀਂ ਸਪੇਸ ਮਿਲੂਗੀ, ਚਾਹੇ ਉਹ ਹਿੰਦੂ ਪੋਲਿਟਿਕਸ ਹੈ, ਚਾਹੇ ਉਹ ਸਿੱਖ ਪੋਲਿਟਿਕਸ ਹੈ, ਉਹ ਉੱਭਰ ਕੇ ਆਊਗਾ। ਤਾਂ ਮੇਰੇ ਹਿਸਾਬ ਨਾਲ ਜਿਸ ਪਾਰਟੀ ਨੂੰ ਪੰਥਕ ਪੋਲਿਟਿਕਸ ਦਾ ਫਾਇਦਾ ਹੋ ਰਿਹਾ, ਮੈਂ ਇੱਥੇ ਨਾਮ ਨਹੀਂ ਲਊਂਗਾ, ਇਹ ਛਤਰੀ ਉਹਦੇ ਦੁਆਰਾ ਹੀ ਦਿੱਤੀ, ਜਿਹਨੂੰ ਲੋਕ ਭਾਈ ਵੀ ਕਹਿੰਦੇ ਨੇ, ਬਾਬਾ ਵੀ ਕਹਿੰਦੇ ਨੇ, ਅੰਮ੍ਰਿਤਪਾਲ। ਇਹਨੇ ਜੋ ਕੀਤਾ ਹੈ, ਥਾਣੇ ਦੇ ਉੱਤੇ ਕਬਜ਼ਾ ਕਰਕੇ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਕੇ, ਉਹਦੇ ਨਾਲ ਕਈ ਸਵਾਲ ਖੜੇ ਹੋ ਗਏ ਹਨ ਪੰਜਾਬ ਤੇ ਪੰਜਾਬੀਅਤ ਵਾਸਤੇ। ਸਵਾਲ ਹੁਣ ਇਹ ਵੀ ਖੜਾ ਹੋ ਗਿਆ ਕਿ ਅੰਮ੍ਰਿਤਪਾਲ ਜੋ ਕਿ ਕਹਿੰਦਾ ਹੈ ਕਿ ਮੈਨੂੰ ਤਾਂ ਕੋਈ ਖੌਫ ਨਹੀਂ ਹੈ, ਮੌਤ ਦਾ ਖੌਫ ਨਹੀਂ ਹੈ, ਕਿਸੇ ਚੀਜ਼ ਦਾ ਖੌਫ ਨਹੀਂ ਹੈ, ਤੇ ਖੌਫ ਨਾ ਹੁੰਦੇ ਹੋਏ ਵੀ ਉਹ 1000 ਬੰਦੇ ਲੈ ਕੇ ਥਾਣੇ ਵਿੱਚ ਗਿਆ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਤਾਂ ਥਾਣੇ ਉੱਤੇ ਕਬਜ਼ਾ ਕੀਤਾ। 1000 ਬੰਦੇ ਲੈ ਕੇ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਨੂੰ ਕੋਈ ਖੌਫ ਨਹੀਂ ਹੈ। ਅਸੀਂ ਕਦੀ ਵੀ ਪੰਜਾਬ ਦੀ ਧਰਤੀ ਤੇ ਕੋਈ ਵੀ ਇਦਾਂ ਦਾ ਬਸ਼ਿੰਦਾ ਨਹੀਂ ਸੁਣਿਆ ਜਿਹੜਾ ਖੁੱਲ ਕੇ ਕਵੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ। ਪੰਜਾਬ ਦੇ ਵਿੱਚ ਇਦਾਂ ਨਹੀਂ ਸੁਣਿਆ। ਨਾਰਥ ਅਮਰੀਕਾ ਵਾਲੀ ਸਾਈਡ, ਕੈਨੇਡਾ ਵਿੱਚ ਸੁਣਿਆ, ਉਧਰੋਂ ਡਿਮਾਂਡ ਸੁਣੀ ਹੈ। ਇਹਨੂੰ ਕਿਸ ਤਰ੍ਹਾਂ ਦੇਖੀਏ ਕਿ ਇਸ ਚੀਜ਼ ਨੂੰ ਬ੍ਰਸ਼ ਅੰਡਰ ਦ ਕਾਰਪੇਟ ਕੀਤਾ ਜਾ ਰਿਹਾ ਸੀ ਬਾय ਦ ਗਵਰਨਮੈਂਟ ਇਟਸੈਲਫ ਆਫ ਪੰਜਾਬ। ਪਰ ਇਹ ਜੋ ਚੀਜ਼ ਹੋਈ ਹੈ, ਇਹਦੇ ਨਾਲ ਅੰਮ੍ਰਿਤਪਾਲ ਨੇ ਆਪਣੀਆਂ ਹੀ ਕਈਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਨੂੰ ਉਲਟਾ ਕਰ ਲਿਆ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਊਂਗਾ, ਮਾਹੌਲ ਉਹਨਾਂ ਨੇ ਆਪ ਖਰਾਬ ਕੀਤਾ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਨਸ਼ੇ ਛਡਾਉਣ ਲਈ ਅੰਮ੍ਰਿਤ ਸੰਚਾਰ ਕਰਾਉਂਗਾ। ਅੰਮ੍ਰਿਤ ਸੰਚਾਰ ਤਾਂ ਬਹੁਤ ਉੱਚ ਕੋਟੀ ਦੇ ਸਿੱਖ ਬਣਨ ਲਈ ਕੀਤਾ ਜਾਂਦਾ ਹੈ, ਪਰ ਉਹਨੇ ਅੰਮ੍ਰਿਤ ਸੰਚਾਰ ਨੂੰ ਨਸ਼ਿਆਂ ਨਾਲ ਹੀ ਜੋੜਤਾ। ਅੰਮ੍ਰਿਤਪਾਲ ਨੇ ਕਿਹਾ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂਗਾ ਤਾਂ ਸਿੱਖ ਕੌਮ ਉਹਨੂੰ ਸਜ਼ਾ ਦੇਊਗੀ। ਤੁਸੀਂ ਦੱਸੋ ਉੱਥੇ ਬੇਅਦਬੀ ਨਹੀਂ ਹੋਈ? ਔਰ ਸਭ ਤੋਂ ਵੱਡੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਇਸਤੇਮਾਲ ਕੀਤਾ। ਇੱਕ ਸਿੰਘ ਇਹ ਕਹਿ ਰਿਹਾ ਵੀਡੀਓ ਦੇ ਵਿੱਚ ਕਿ ਇਹ ਜਿਹੜਾ ਮੁੱਖ ਮੰਤਰੀ ਹੈ ਕੁਲਫੀ ਗਰਮ ਵਾਲਾ, ਇਹ ਜਿਹੜਾ ਮੁੱਖ ਮੰਤਰੀ ਹੈ ਕੁਲਫੀ ਗਰਮ ਵਾਲਾ, ਇਹਦੀ ਕੁਲਫੀ ਅਸੀਂ ਹੁਣ ਕਰਾਂਗੇ ਠੰਡੀ ਤੇ ਇਹਨੂੰ ਦੱਸਾਂਗੇ ਕੁਲਫੀ ਕਿਵੇਂ ਠੰਡੀ ਕੀਤੀ ਜਾਂਦੀ ਹੈ, ਤੇ ਪੰਜਾਬ ਦੇ ਵਿੱਚ ਖਾਲਿਸਤਾਨ ਹੀ ਬਣੂਗਾ, ਖਾਲਿਸਤਾਨ ਬਣਾਵਾਂਗੇ, ਇੱਥੇ ਕੋਈ ਹਿੰਦੂ ਰਾਸ਼ਟਰ ਨਹੀਂ ਬਣੂਗਾ। ਸਾਡੇ ਜ਼ਿਲ੍ਹੇ ਦੇ ਆ ਤੂੰ ਕੰਨ ਸੋਲ ਕੇ ਸੁਣ ਲਾ, ਤਾਂ ਕਹਿੰਦੀ ਕੁਲਫੀ ਗਰਮ, ਤੇਰੀ ਕੁਲਫੀ ਕਿਤੇ ਸਾਨੂੰ ਠੰਡੀ ਨਾ ਕਰਨੀ ਪਏ। ਪੰਜਾਬ ਮੈਂ ਚਲਾਉਂਗਾ, ਪੰਜਾਬ ਖਤਰੇ 'ਚ ਹੈ, ਪੰਜਾਬੀ ਖਤਰੇ 'ਚ ਨੇ। ਅਸੀਂ ਬੇਅਦਬੀ ਹੋਣ ਨਹੀਂ ਦੇਵਾਂਗੇ, ਹਾਂ ਅਸੀਂ ਆਪ ਕਰ ਸਕਦੇ ਹਾਂ। ਅਸੀਂ ਮਾਹੌਲ ਖਰਾਬ ਕਰਨ ਨਹੀਂ ਦੇਵਾਂਗੇ, ਹਾਂ ਅਸੀਂ ਆਪ ਕਰ ਸਕਦੇ ਹਾਂ। ਰਿਲੀਜੀਅਸ ਤੌਰ ਤੇ ਜੇ ਤੁਸੀਂ ਦੇਖੋ ਉਹ ਠੀਕ ਹੈ, ਉਹ ਇੱਕ ਵਧੀਆ ਮੈਸੇਜ ਗਿਆ ਕਿ ਹਾਂ ਗੁਰੂ ਗ੍ਰੰਥ ਸਾਹਿਬ ਉੱਥੇ ਸੀਗੇ, ਅਸੀਂ ਕੁਝ ਨਹੀਂ ਕੀਤਾ, ਅਸੀਂ ਰਿਸਪੈਕਟਫੁਲੀ ਬੈਠੇ ਗੱਲ ਕੀਤੀ, ਉਹਨਾਂ ਨੂੰ ਭੇਜਤਾ। ਪਰ ਲਾਅ ਐਂਡ ਆਰਡਰ ਦੇ ਪਰਸਪੈਕਟਿਵ ਨਾਲ ਉੱਥੇ ਜੋ ਹੋਇਆ ਉਹ ਠੀਕ ਨਹੀਂ ਸੀਗਾ। ਤੁਸੀਂ ਐਟਲੀਸਟ ਆਪਣੇ ਪੁਲਿਸਮੈਨ, ਆਪਣੇ ਸਿਪਾਹੀਆਂ ਦੀ ਸੇਫਟੀ ਲਈ ਇੰਤਜ਼ਾਮ ਕੀਤੇ ਹੁੰਦੇ, ਉਹਨਾਂ ਨੂੰ ਡੰਡਿਆਂ ਦੇ ਅੱਗੇ ਕਰਨ ਨਾਲੋਂ ਯੂ ਸ਼ੁਡ ਹੈਵ ਬੀਨ ਫੁਲੀ ਇਕਵਿਪਡ ਕਿ ਕੋਈ ਵੀ ਸਿਨੈਰੀਓ ਹੋ ਜਾਏ ਅਸੀਂ ਹਰ ਸਿਚੁਏਸ਼ਨ ਲਈ ਤਿਆਰ ਆ। ਪੁਲਿਸ ਤਿਆਰ ਨਜ਼ਰ ਨਹੀਂ ਆ ਰਹੀ ਸੀ। ਪੰਜਾਬ ਤੇ ਪੰਜਾਬੀਅਤ ਤੇ, ਮੈਂ ਪੰਜਾਬ ਪੁਲਿਸ ਨੂੰ ਵੀ ਇਕੱਲੀ ਨੂੰ ਨਹੀਂ ਕਹੂੰਗਾ, ਪਰ ਪੰਜਾਬ ਤੇ ਪੰਜਾਬੀਅਤ ਤੇ ਦਾਗ ਹੈ। ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਬਾਕੀ ਦੇਸ਼ਾਂ ਦੇ ਉੱਤੇ ਇਹਦਾ ਬਹੁਤ ਮਾੜਾ ਇੰਪ੍ਰੈਸ਼ਨ ਜਾਊਗਾ ਪੰਜਾਬ ਤੇ ਪੰਜਾਬ ਦੇ ਮਾਹੌਲ ਨੂੰ ਲੈ ਕੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਪੰਜਾਬ ਆਓ, ਇਨਵੈਸਟਮੈਂਟ ਕਰੋ, ਸੀਐਮ ਸਾਹਿਬ ਆਪਣੇ ਵੀਡੀਓ 'ਚ ਇਨਵੈਸਟਮੈਂਟ ਕਹਿ ਕੇ ਉੱਠ ਕੇ ਚਲੇ ਗਏ, ਤੇ ਦੂਜੇ ਪਾਸੇ ਤੁਸੀਂ ਇਹ ਮਾਹੌਲ ਦਿਓਗੇ ਪੰਜਾਬੀਆਂ ਨੂੰ, ਇਹ ਮਾਹੌਲ ਦਿਓਗੇ ਆਪਣੇ ਇਨਵੈਸਟਰਸ ਨੂੰ।
ਹੁਣ ਮੈਂ ਵੀ ਪੰਜਾਬ ਦੀ ਹਾਂ ਤੇ ਤੁਸੀਂ ਵੀ ਪੰਜਾਬ ਦੇ ਹੋ। ਨਹੀਂ, ਆਪਾਂ ਪੰਜਾਬ ਦੇ ਆ, ਪਰ ਅੰਮ੍ਰਿਤਪਾਲ ਆਪਾਂ ਨੂੰ ਪੰਜਾਬੀ ਨਹੀਂ ਮੰਨਦਾ। ਉਹ ਕਹਿੰਦਾ ਹੈ ਕਿ ਪੰਜਾਬ ਤੇ ਪੰਜਾਬੀ ਤਾਂ ਖਾਲਿਸਤਾਨ ਦੇ ਨੇ ਤੇ ਖਾਲਿਸਤਾਨ ਦਾ ਪੰਜਾਬ। ਦੇਖੋ ਮੈਂ ਵੀ ਜਿਹੜੇ ਬਾਕੀ ਦੇ ਵੀ ਸਿੱਖ ਨੇ ਉਹ ਵੀ ਕੇਸ਼ਧਾਰੀ ਹਿੰਦੂ ਨੇ। ਮੈਂ ਮੰਨ ਲਿਆ, ਪਰ ਮੈਂ ਵੀ ਉਹਨਾਂ ਦੇ ਸਰਟੀਫਿਕੇਟ ਦੀ ਮੁਹਤਾਜ ਨਹੀਂ। ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਜਿੰਨਾ ਅੰਮ੍ਰਿਤਪਾਲ ਵਾਰਿਸ ਹੈ ਪੰਜਾਬ ਦਾ, ਉਹਨੇ ਤਾਂ ਮੈਂ ਵੀ ਹਾਂ, ਉਹਨੇ ਤੁਸੀਂ ਵੀ ਹੋ। ਇਹ ਸੈਲਫ ਪ੍ਰੋਕਲੇਮਡ ਵਾਰਿਸ ਪੰਜਾਬ ਦਾ ਵਜੂਦ ਐਡਾ ਵੱਡਾ ਹੋਣ ਦਿੱਤਾ ਗਿਆ। ਇਹਦੇ ਚ ਆਪਾਂ ਕਿੱਦਾਂ ਸਰਕਾਰ, ਪੰਜਾਬ ਸਰਕਾਰ ਦੀ ਨਾਕਾਮੀ ਨਾ ਮੰਨੀਏ, ਜਾਂ ਫਿਰ ਉਹੀ ਐਟੀਟਿਊਡ ਹੈ ਸੇਮ ਭਗਵੰਤ ਮਾਨ ਦਾ ਜਿਹੜਾ ਇਸ ਵੇਲੇ ਹੈ ਕਿ ਉਸ ਸਵਾਲ ਨੂੰ ਵੀ ਐਡਰੈਸ ਨਹੀਂ ਕਰਨਾ ਚਾਹ ਰਹੇ। ਨਾਲੇ ਮੇਰੇ ਕਿਹੜੇ ਹੱਕ ਨੇ ਜਿਹੜੇ ਦਫਨ ਹੋ ਰਹੇ ਨੇ, ਜਿਹਦੇ ਲਈ ਜਿਹੜੀਆਂ ਜ਼ੰਜੀਰਾਂ ਦੀ ਵੀ ਗੱਲ ਕਰ ਰਿਹਾ ਸੀ ਕੱਲ ਤੂਫਾਨ ਜਦੋਂ ਬਾਹਰ ਆਇਆ ਕੈਦ ਚੋਂ ਕਿ ਮੈਂ ਜ਼ੰਜੀਰਾਂ ਤੋੜਨੀਆਂ ਨੇ। ਮੈਨੂੰ ਇਹ ਪੰਜਾਬੀਆਂ ਨੂੰ ਸਮਝਾਓ ਕਿ ਕਿਹੜੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਵਾਰਿਸ ਪੰਜਾਬ ਦੇ ਆਰਗੇਨਾਈਜੇਸ਼ਨ ਦੇ ਮੋਹਤਵਾਰ ਗੱਲ ਕਰ ਰਹੇ। ਕਿਤੇ ਇਦਾਂ ਤਾਂ ਨਹੀਂ ਕਿ ਐਡੀ ਗੱਲ ਨਹੀਂ ਹੈ ਜਿੰਨੀ ਸਾਰੇ ਬਣਾ ਕੇ ਬਹਿ ਗਏ ਨੇ, ਔਰ ਇਹ ਸ਼ਾਇਦ ਸੀਐਮ ਭਗਵੰਤ ਮਾਨ ਵੀ ਸੋਚ ਰਹੇ ਨੇ ਕਿ ਇਸ ਗੱਲ ਨੂੰ ਜ਼ਿਆਦਾ ਤੂਲ ਹੀ ਨਾ ਦਿਓ। ਆਪੋਜੀਸ਼ਨ ਤੇ ਬਹੁਤ ਸਾਰੀਆਂ ਪਾਰਟੀਆਂ ਇਹ ਮੰਗ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਗਵਰਨਰ ਰੂਲ ਲਾ ਦਿੱਤਾ ਜਾਵੇ। ਸੋ ਸੀਐਮ ਕਿਤੇ ਆਪਣੀ ਕੁਰਸੀ ਦੀ ਫਿਕਰਾਂ 'ਚ ਤਾਂ ਨਹੀਂ ਪਏ ਹੋਏ ਸੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਮਿਸ਼ਾ ਬਾਜਵਾ ਚੌਧਰੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਅੱਜ ਮੇਰੇ ਨਾਲ ਸਾਡੇ ਐਡੀਟਰ ਇਨ ਚੀਫ ਕਰੁਣ ਕੋਰਾ ਆਏ ਨੇ। ਬੜੇ ਦਿਨਾਂ ਬਾਅਦ ਸਾਡੀ ਮੁਲਾਕਾਤ ਹੋ ਰਹੀ ਹੈ। ਬੜੀ ਜ਼ੋਰ ਦੇ ਨਾਲ ਇੱਕ ਦੂਜੇ ਨੂੰ ਆਵਾਜ਼ ਲਗਾਈ ਅਸੀਂ, ਕਿਉਂਕਿ ਅੱਜ ਬੈਠ ਕੇ ਗੱਲਬਾਤ ਕਰਨਾ ਬੇहद ਜ਼ਰੂਰੀ ਹੈ। ਜਿਸ ਤਰ੍ਹਾਂ ਦੇ ਹਾਲਾਤ ਅਸੀਂ ਪੰਜਾਬ 'ਚ ਪਿਛਲੇ 2 ਦਿਨਾਂ 'ਚ ਦੇਖੇ ਨੇ, ਅੱਜ ਬੈਠ ਕੇ ਗੱਲਬਾਤ ਕਰਨਾ ਬੇहद ਜ਼ਰੂਰੀ ਹੋ ਜਾਂਦਾ। ਜੀ ਜੀ ਜੀ। ਸੋ ਕਰੁਣ, ਸਭ ਤੋਂ ਪਹਿਲਾਂ ਤਾਂ ਇਹੀ ਕਹਾਂਗੀ ਕਿ ਐਜ਼ ਅ ਪੰਜਾਬੀ, ਲੀਵ ਅਲੋਨ ਐਜ਼ ਐਨ ਐਡੀਟਰ ਔਰ ਐਜ਼ ਅ ਜਰਨਲਿਸਟ, ਕੀ ਮਹਿਸੂਸ ਕੀਤਾ ਤੁਸੀਂ ਜਦੋਂ ਦੇਖਿਆ ਕਿ ਪੰਜਾਬ ਦੇ ਇੱਕ ਸ਼ਹਿਰ ਦੇ ਥਾਣੇ ਦੇ ਉੱਤੇ ਧਾਵਾ ਬੋਲ ਦਿੱਤਾ ਗਿਆ ਹੈ, ਅਲਾਮ ਲਸ਼ਕਰ ਦੇ ਨਾਲ, ਹਥਿਆਰਾਂ ਦੇ ਨਾਲ, ਡੰਡੇ ਸੋਟਿਆਂ ਦੇ ਨਾਲ, ਕਿਰਪਾਨਾਂ ਦੇ ਨਾਲ? ਮਿਸ਼ਾ, ਜਿਹੜਾ ਇਹ ਪੰਜਾਬ ਦੇ ਵਿੱਚ ਤਾਜ਼ਾ ਇੱਕ ਨਵਾਂ ਅਵਤਾਰ ਆਇਆ, ਜਿਹਨੂੰ ਲੋਕ ਭਾਈ ਵੀ ਕਹਿੰਦੇ ਨੇ, ਬਾਬਾ ਵੀ ਕਹਿੰਦੇ ਨੇ, ਅੰਮ੍ਰਿਤਪਾਲ। ਇਹਨੇ ਜੋ ਕੀਤਾ ਹੈ, ਥਾਣੇ ਦੇ ਉੱਤੇ ਕਬਜ਼ਾ ਕਰਕੇ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਕੇ, ਉਹਦੇ ਨਾਲ ਕਈ ਸਵਾਲ ਖੜੇ ਹੋ ਗਏ ਹੈ ਪੰਜਾਬ ਤੇ ਪੰਜਾਬੀਅਤ ਵਾਸਤੇ। ਸਵਾਲ ਹੁਣ ਇਹ ਵੀ ਖੜਾ ਹੋ ਗਿਆ ਕਿ ਅੰਮ੍ਰਿਤਪਾਲ ਜੋ ਕਿ ਕਹਿੰਦਾ ਹੈ ਕਿ ਮੈਨੂੰ ਤਾਂ ਕੋਈ ਖੌਫ ਨਹੀਂ ਹੈ, ਮੌਤ ਦਾ ਖੌਫ ਨਹੀਂ ਹੈ, ਕਿਸੇ ਚੀਜ਼ ਦਾ ਖੌਫ ਨਹੀਂ ਹੈ, ਤੇ ਖੌਫ ਨਾ ਹੁੰਦੇ ਹੋਏ ਵੀ ਉਹ 1000 ਬੰਦੇ ਲੈ ਕੇ ਥਾਣੇ ਵਿੱਚ ਗਿਆ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਤਾਂ ਥਾਣੇ ਉੱਤੇ ਕਬਜ਼ਾ ਕੀਤਾ। 1000 ਬੰਦੇ ਲੈ ਕੇ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਨੂੰ ਕੋਈ ਖੌਫ ਨਹੀਂ ਹੈ। ਦੂਜਾ ਸਵਾਲ ਜਿਹੜਾ ਹੋਰ ਇੱਕ ਖੜਾ ਹੋ ਗਿਆ, ਉਹ ਇਹ ਵੀ ਖੜਾ ਹੋ ਗਿਆ ਕਿ ਕੀ ਹੁਣ ਇਹਦੇ ਨਾਲ ਅੱਗੇ ਤੋਂ ਐਂ ਹੋਇਆ ਕਰੇਗਾ ਕਿ ਜੇ ਕਿਤੇ ਕਬਜ਼ਾ ਕਰਨਾ ਹੈ, ਕਿਤੇ ਮਾਰ-ਕੁੱਟ ਕਰਨੀ ਹੈ, ਕਿਤੇ ਕੋਈ ਵਾਰਦਾਤ ਕਰਨੀ ਹੈ, ਤਾਂ ਆਪਾਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲੈ ਕੇ ਜਾਇਆ ਕਰਾਂਗੇ, ਤੇ ਪੁਲਿਸ ਵੀ ਉੱਥੇ ਕੁਝ ਨਹੀਂ ਕਰਿਆ ਕਰੂਗੀ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਤੇ ਪੁਲਿਸ ਵੀ ਖੜੀ ਰਿਹਾ ਕਰੂਗੀ, ਤੇ ਲੋਕ ਜਾਣਗੇ ਤੇ ਆਪਣੀ ਵਾਰਦਾਤ ਕਰਕੇ ਆ ਜਾਇਆ ਕਰਨਗੇ। ਤੀਜਾ ਸਵਾਲ ਜਿਹੜਾ ਇੱਕ ਹੋਰ ਖੜਾ ਹੁੰਦਾ, ਅੰਮ੍ਰਿਤਪਾਲ ਨੇ ਥਾਣੇ ਦੇ ਵਿੱਚ ਬੈਠ ਕੇ ਇਹ ਕਿਹਾ ਆਪਣੇ ਇੱਕ ਵੀਡੀਓ ਦੇ ਵਿੱਚ, ਸਾਰੀ ਮੀਡੀਆ ਦੇ ਸਾਹਮਣੇ, ਐਸਐਸਪੀ ਸਾਹਿਬ ਵੀ ਆਪਣੇ ਮੱਥੇ ਉੱਤੇ ਰੁਮਾਲ ਬੰਨ੍ਹ ਕੇ ਉੱਥੇ ਬੈਠੇ ਸੀਗੇ, ਕਿ ਏਜੰਸੀਆਂ ਕਹਿੰਦੀਆਂ ਸੀਗੀਆਂ ਕਿ ਇਹਦੀ ਹੌਂਕ ਤੇ ਜਾਂ ਇਹਦੇ ਬੁਲਾਏ ਤੇ 4 ਬੰਦੇ ਨਹੀਂ ਇਕੱਠੇ ਹੁੰਦੇ, ਦੇਖੋ ਮੈਂ ਕਿੰਨਾ ਵੱਡਾ ਇਕੱਠ ਕਰਤਾ। ਤਾਂ ਉਹਦਾ ਮੋਟਿਵ ਕੀ ਸੀਗਾ? ਉਹਦਾ ਮੋਟਿਵ ਇਕੱਠ ਕਰਕੇ ਆਪਣਾ ਏਜੰਸੀ ਦੀ ਨਜ਼ਰ ਦੇ ਵਿੱਚ ਕੋਈ ਇਮੇਜ ਬਣਾਉਣਾ ਸੀਗਾ, ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਸੀਗਾ, ਜਾਂ ਕੁੱਟਮਾਰ ਕਰਨੀ ਸੀਗੀ? ਇਹ ਸਾਰੀਆਂ ਚੀਜ਼ਾਂ ਨੇ ਬੜੇ ਸਵਾਲ ਖੜੇ ਕਰਤੇ। ਬਿਲਕੁਲ, ਦੇਖੋ ਇਮੇਜ ਤਾਂ ਇੱਕ ਤਰ੍ਹਾਂ ਬਣਾ ਲਈ ਹੈ, ਕਿਉਂਕਿ 5 ਮਹੀਨੇ ਪਹਿਲਾਂ ਇੱਕ ਸ਼ਖਸ ਦੀ ਐਂਟਰੀ ਹੁੰਦੀ ਹੈ ਪੰਜਾਬ ਦੀ ਧਰਤੀ ਤੇ ਵਿਦਿਨ 5 ਮੰਥਸ ਔਰ 6 ਮੰਥਸ ਉਹਨੇ ਇਸ ਤਰ੍ਹਾਂ ਦੀ ਆਪਣੀ ਮਾਰਕੀਟਿੰਗ ਜਾਂ ਪੀਆਰ ਕੀਤੀ ਹੈ ਕਿ ਪੰਜਾਬ ਹੀ ਨਹੀਂ, ਅੱਜ ਪੂਰਾ ਇੰਡੀਆ ਅੰਮ੍ਰਿਤਪਾਲ ਨੂੰ ਜਾਣ ਗਿਆ ਹੈ। ਜੇ ਪਹਿਲਾਂ ਨਹੀਂ ਵੀ ਜਾਣਦਾ ਸੀ ਤੇ ਅੱਜ ਉਹਨੂੰ ਪਤਾ ਹੈ ਕਿ ਅੰਮ੍ਰਿਤਪਾਲ ਕੌਣ ਹੈ, ਉਹ ਕੀ ਕਹਿ ਰਿਹਾ ਹੈ, ਉਹ ਕੀ ਚਾਹ ਰਿਹਾ ਹੈ। ਇਹ ਸਾਰੀਆਂ ਗੱਲਾਂ ਜਨਤਾ ਤੱਕ ਪਹੁੰਚਾ ਦਿੱਤੀਆਂ ਹੈ, ਵਿਚ ਇਜ਼ ਇਨ ਐਨ ਵੇ ਅਚੀਵਮੈਂਟ ਓਨਲੀ, ਕਿ ਜਿਹੜੇ ਮੋਟਿਵ ਦੇ ਨਾਲ ਉਹ ਤੁਰਿਆ ਬੰਦਾ, ਉਹਨੇ ਆਪਣੀ ਪਛਾਣ ਘਰ ਘਰ ਪਹੁੰਚਾ ਦਿੱਤੀ ਹੈ। ਨਾਓ ਕਮਿੰਗ ਬੈਕ ਟੂ ਇਸ ਗੱਲ ਤੇ ਕਿ ਕੀ ਇਹ ਸਰਕਾਰ ਦਾ, ਸਪੈਸੀਫਿਕਲੀ ਪੰਜਾਬ ਪੁਲਿਸ ਦਾ, ਆਪਾਂ ਇਹਨੂੰ ਇੰਟੈਲ ਫੇਲੀਅਰ ਮੰਨੀਏ? ਆਪਾਂ ਗੱਲ ਕੀਤੀ ਕਿ 1000 ਬੰਦਾ ਮੋਬਿਲਾਈਜ਼ ਕਰਕੇ ਉੱਥੇ ਪਹੁੰਚ ਗਿਆ। ਇਹ ਕੋਈ
ਇਨ ਅ ਫ੍ਰੈਕਸ਼ਨ ਆਫ ਮੋਮੈਂਟ ਤੇ ਹੋ ਨਹੀਂ ਸਕਦਾ। ਇਹਦੇ ਮਗਰ ਪਲੈਨਿੰਗ ਹੁੰਦੀ ਹੋਏਗੀ, ਇਹਦੇ ਇਸ ਤਿਆਰੀ ਲਈ ਫੇਸਬੁੱਕ ਇੰਸਟਾਗ੍ਰਾਮ ਦਾ ਇਸਤੇਮਾਲ ਵੀ ਸੁਣਨ ਚ ਆਇਆ ਕਿ ਹੋਇਆ ਹੈ ਕਿ ਮੋਬਿਲਾਈਜ਼ ਕਰਨਾ ਸੀਗਾ। ਅੰਮ੍ਰਿਤਪਾਲ ਨੇ ਮੈਸੇਜ ਕੀਤਾ ਆਪਣੇ ਲੋਕਾਂ ਨੂੰ ਕਿ ਪਹੁੰਚੋ। ਇੱਦਾਂ ਦੀ ਇੰਟੈਲ ਫੇਲੀਅਰ ਇਹਨੂੰ ਪੰਜਾਬ ਪੁਲਿਸ ਦੀ ਕਿਉਂ ਨਾ ਮੰਨਿਆ ਜਾਏ, ਜਿੱਥੇ ਆਪਣੀ ਪੁਲਿਸ ਨੂੰ ਸੇਫਗਾਰਡ ਕਰਨ ਲਈ ਉਹ ਪਹਿਲਾਂ ਤਿਆਰ ਹੀ ਨਹੀਂ ਸੀ। ਉਹਨਾਂ ਨੇ ਡੰਡੇ ਸੋਟੇ ਖਾਦੇ ਪੁਲਿਸ ਦੇ ਮੁਲਾਜ਼ਮਾਂ ਨੇ। ਕਿੱਦਾਂ ਦੇਖਦੇ ਹੋ ਇੰਟੈਲੀਜੈਂਸ ਫੇਲੀਅਰ? ਸਵੇਰੇ 8 ਵਜੇ ਕਾਲ ਦਿੱਤੀ ਜਾਂਦੀ ਹੈ ਤੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਕੱਟ ਹੁੰਦਾ ਰਹਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਜੋ ਹੋਈਆਂ, ਕੱਟ ਹੋਇਆ, ਜਿਹਨੂੰ ਤੁਸੀਂ ਇੰਟੈਲੀਜੈਂਸ ਫੇਲੀਅਰ ਕਹਿ ਰਹੇ ਹੋ, ਮੈਨੂੰ ਲੱਗਦਾ ਹੈ ਕੋਈ ਇਹਨਾਂ ਦੇ ਉੱਤੇ ਇੱਕ ਛਤਰੀ ਹੈ ਬਹੁਤ ਬੜੀ, ਜਿਹੜੀ ਇਹਨਾਂ ਦੇ ਉੱਤੇ ਕੋਈ ਗੜੇ ਨਹੀਂ ਗਿਰਨ ਦੇ ਰਹੀ, ਮੀਂਹ ਨਹੀਂ ਪੈਣ ਦੇ ਰਹੀ। ਉਹ ਛਤਰੀ ਕੋਈ ਪੋਲੀਟੀਕਲ ਅਸਾਈਲਮ ਹੋ ਸਕਦਾ ਹੈ, ਕੋਈ ਪੋਲੀਟੀਕਲ ਸਪੋਰਟ ਹੋ ਸਕਦੀ ਹੈ, ਉਹ ਉੱਥੋਂ ਹੋ ਸਕਦੀ ਹੈ ਜਿਸ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋ ਰਿਹਾ। ਤਾਂ ਪੰਜਾਬ ਦਾ ਮਾਹੌਲ ਜੇ ਖਰਾਬ ਹੋਊਗਾ ਤਾਂ ਇੱਕ ਪੰਥਕ ਪੋਲਿਟਿਕਸ ਨੂੰ ਨਵੀਂ ਸਪੇਸ ਮਿਲੂਗੀ, ਚਾਹੇ ਉਹ ਹਿੰਦੂ ਪੋਲਿਟਿਕਸ ਹੈ, ਚਾਹੇ ਉਹ ਸਿੱਖ ਪੋਲਿਟਿਕਸ ਹੈ, ਉਹ ਉੱਭਰ ਕੇ ਆਊਗੀ। ਤਾਂ ਮੇਰੇ ਹਿਸਾਬ ਨਾਲ ਜਿਸ ਪਾਰਟੀ ਨੂੰ ਪੰਥਕ ਪੋਲਿਟਿਕਸ ਦਾ ਫਾਇਦਾ ਹੋ ਰਿਹਾ, ਮੈਂ ਇੱਥੇ ਨਾਮ ਨਹੀਂ ਲਊਂਗਾ, ਇਹ ਛਤਰੀ ਉਹਦੇ ਦੁਆਰਾ ਹੀ ਦਿੱਤੀ ਗਈ ਹੈ। ਮੈਂ ਤੁਹਾਡੀ ਗੱਲ ਨੂੰ ਬਿਲਕੁਲ ਇਹਦੇ ਨਾਲ ਇਤਫਾਕ ਕਰਦੀ ਹਾਂ, ਕਿਉਂਕਿ ਕੋਈ ਨਾ ਕੋਈ ਸ਼ਕਤੀ ਤੋਂ ਬਗੈਰ ਕੋਈ ਹਾਈਮਾਈ ਇਸ ਤਰ੍ਹਾਂ ਦਾ ਔਰਾ ਕ੍ਰੀਏਟ ਕਰਨ ਸਕਸੈਸਫੁਲ ਹੋ ਜੇ, ਇੰਨੇ ਲੋਕਾਂ ਨੂੰ ਮੋਬਿਲਾਈਜ਼ ਕਰ ਪਾਵੇ, ਇੰਨੇ ਲਾਮ ਲਸ਼ਕਰ ਦੇ ਨਾਲ ਤੁਰ ਪਾਵੇ। ਤੁਸੀਂ ਗੱਲ ਕੀਤੀ ਕਿ ਜੇ ਹੀ ਇਜ਼ ਨਾਟ ਅਫਰੇਡ ਆਫ ਡੈਥ, ਮੈਂ ਤੇ ਕਹਾਂਗੀ ਕਿ ਫਿਰ ਉਹ ਆਪਣੇ ਨਾਲ ਵੀ ਬੰਦੂਕਾਂ ਵਾਲੇ ਲੈ ਕੇ ਕਿਉਂ ਫਿਰੇਗਾ। ਹੁਣ ਗੱਲ ਇੱਥੇ ਆਉਂਦੀ ਹੈ ਕਿ ਵਾਰਿਸ ਪੰਜਾਬ ਦੇ, ਇਹ ਅਸੀਂ ਕਿੱਦਾਂ ਕੋਈ ਇੱਕ ਸ਼ਖਸ ਆਪਣੇ ਆਪ ਨੂੰ ਖੁਦ ਹੀ ਸੈਲਫ ਪ੍ਰੋਕਲੇਮਡ ਵਾਰਿਸ ਪੰਜਾਬ ਦਾ ਕਿੱਦਾਂ ਕਹਿ ਸਕਦਾ ਹੈ? ਇਹ ਕੀ ਖਤਰਾ ਸੀ ਪੰਜਾਬ ਦਾ? ਔਰ ਦੂਜੀ ਗੱਲ, ਫਿਰ ਤੋਂ ਲਾਅ ਐਂਡ ਆਰਡਰ ਤੇ ਆਨੀ ਆ, ਕੀ ਉਹਨਾਂ ਨੇ ਪਿਛਲੇ 5 ਮਹੀਨਿਆਂ 'ਚ ਲਾਅ ਐਂਡ ਆਰਡਰ ਜਾਂ ਇੰਟੈਲ ਏਜੰਸੀਜ਼ ਨੇ ਦੇਖਿਆ ਨਹੀਂ ਸੀਗਾ ਕਿ ਇੱਕ ਸ਼ਖਸ ਦਾ ਗ੍ਰਾਫ ਕੀ ਚੱਲ ਰਿਹਾ ਹੈ, ਉਹ ਕਿਸ ਤਰ੍ਹਾਂ ਦੀ ਮੋਬਿਲਾਈਜੇਸ਼ਨ ਚਾਹ ਰਿਹਾ ਹੈ, ਉਹਦੀ ਡਿਮਾਂਡ ਕੀ ਹੈ? ਕਰੈਕਟ ਮੀ ਇਫ ਆਈ ਐਮ ਰੋਂਗ, ਪਿਛਲੇ 20 ਦਹਾਕੇ, ਸ਼ਾਇਦ 2 ਦਹਾਕੇ, ਨਾਟ 20 ਦਹਾਕੇ, 2 ਦਹਾਕਿਆਂ 'ਚ ਅਸੀਂ ਕਦੀ ਵੀ ਪੰਜਾਬ ਦੀ ਧਰਤੀ ਤੇ ਕੋਈ ਵੀ ਇਦਾਂ ਦਾ ਬਸ਼ਿੰਦਾ ਨਹੀਂ ਸੁਣਿਆ ਜਿਹੜਾ ਖੁੱਲ ਕੇ ਕਵੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ। ਪੰਜਾਬ ਦੇ ਵਿੱਚ ਇਦਾਂ ਨਹੀਂ ਸੁਣਿਆ। ਨਾਰਥ ਅਮਰੀਕਾ ਵਾਲੀ ਸਾਈਡ, ਕੈਨੇਡਾ ਵਿੱਚ ਸੁਣਿਆ, ਉਧਰੋਂ ਡਿਮਾਂਡ ਸੁਣੀ ਹੈ। ਇਹਨੂੰ ਕਿਸ ਤਰ੍ਹਾਂ ਦੇਖੀਏ ਕਿ ਇਸ ਚੀਜ਼ ਨੂੰ ਬ੍ਰਸ਼ ਅੰਡਰ ਦ ਕਾਰਪੇਟ ਕੀਤਾ ਜਾ ਰਿਹਾ ਸੀ ਬਾਈ ਦ ਗਵਰਨਮੈਂਟ ਇਟਸੈਲਫ ਆਫ ਪੰਜਾਬ? ਨਹੀਂ, ਇਹਦੇ 'ਚ ਪੰਜਾਬ ਗਵਰਨਮੈਂਟ ਦਾ ਤਾਂ ਖੁਦ ਬਹੁਤ ਵੱਡਾ ਫੇਲੀਅਰ ਹੈ। ਪੰਜਾਬ ਗਵਰਨਮੈਂਟ ਦੇ ਤਾਂ ਇਹ ਗਲੇ ਦੀ ਹੱਡੀ ਬਣਿਆ ਹੋਇਆ ਹੈ, ਜੋ ਨਾ ਬਾਹਰ ਆ ਰਹੀ ਹੈ ਤੇ ਨਾ ਅੰਦਰ ਜਾ ਰਹੀ ਹੈ। ਪਰ ਇਹ ਜੋ ਚੀਜ਼ ਹੋਈ ਹੈ, ਇਹਦੇ ਨਾਲ ਅੰਮ੍ਰਿਤਪਾਲ ਨੇ ਆਪਣੀਆਂ ਹੀ ਕਹੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਨੂੰ ਉਲਟਾ ਕਰ ਲਿਆ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਊਂਗਾ, ਮਾਹੌਲ ਉਹਨਾਂ ਨੇ ਆਪ ਖਰਾਬ ਕੀਤਾ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਨਸ਼ੇ ਛਡਾਉਣ ਲਈ ਅੰਮ੍ਰਿਤ ਸੰਚਾਰ ਕਰਾਊਂਗਾ। ਅੰਮ੍ਰਿਤ ਸੰਚਾਰ ਤਾਂ ਬਹੁਤ ਉੱਚ ਕੋਟੀ ਦੇ ਸਿੱਖ ਬਣਨ ਲਈ ਕੀਤਾ ਜਾਂਦਾ ਹੈ, ਪਰ ਉਹਨੇ ਅੰਮ੍ਰਿਤ ਸੰਚਾਰ ਨੂੰ ਨਸ਼ਿਆਂ ਨਾਲ ਹੀ ਜੋੜਤਾ। ਅੰਮ੍ਰਿਤਪਾਲ ਨੇ ਕਿਹਾ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂਗਾ ਤਾਂ ਸਿੱਖ ਕੌਮ ਉਹਨੂੰ ਸਜ਼ਾ ਦੇਊਗੀ। ਤੁਸੀਂ ਦੱਸੋ, ਉੱਥੇ ਬੇਅਦਬੀ ਨਹੀਂ ਹੋਈ? ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਹੋਏ ਮਾਰ-ਕੁੱਟ ਕੀਤੀ ਗਈ, ਨਾਰੇ ਲਾਏ ਗਏ, ਥਾਣੇ ਨੂੰ ਘੇਰਾ ਪਾਇਆ ਗਿਆ। ਇਹ ਗੁਰੂ ਗ੍ਰੰਥ ਸਾਹਿਬ ਦੀ ਹਦੂਦ ਵਿੱਚ ਇਹ ਚੀਜ਼ਾਂ ਕਾਤੋਂ ਹੋਣ ਲੱਗੀਆਂ ਪੰਜਾਬ ਵਿੱਚ? ਔਰ ਸਭ ਤੋਂ ਵੱਡੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਇਸਤੇਮਾਲ ਕੀਤਾ, ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ। ਬੇਅਦਬੀ ਤੋਂ ਵੀ ਵੱਡਾ ਘਿਨੌਣਾ ਇਹ ਕੰਮ ਸੀਗਾ ਕਿ ਤੁਸੀਂ ਆਪਣੇ ਮੁਨਾਫੇ ਲਈ, ਆਪਣੀਆਂ ਸ਼ਰਤਾਂ ਲਈ, ਆਪਣੀ ਜ਼ਿੱਦ ਪੁਗਾਉਣ ਲਈ ਗੁਰੂ ਗ੍ਰੰਥ ਸਾਹਿਬ ਵਰਗੀ ਪਾਵਨ ਸਾਡੀ ਜਿਹੜੀ ਕਹਿੰਦੇ ਨਾ ਲਰਨਿੰਗ ਜੇ ਸਾਨੂੰ ਕਿੱਥੋਂ ਚਾਹੀਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਹੈ, ਤੇ ਤੁਸੀਂ ਉਹਦਾ ਇਸਤੇਮਾਲ ਕੀਤਾ ਆਪਣੇ ਫਾਇਦੇ ਲਈ। ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਐਵੇਂ ਲੈ ਕੇ ਜਾਇਆ ਗਿਆ ਜਾਂ ਅੱਗੇ ਵੀ ਲੈ ਕੇ ਜਾਇਆ ਗਿਆ, ਲੋਕ ਅੱਗੇ ਵੀ ਲੈ ਕੇ ਜਾਣ ਇਹਨਾਂ ਚੀਜ਼ਾਂ ਦੇ ਵਿੱਚ, ਤਾਂ ਇਹਦੇ ਤੇ ਹਲੇ ਤੱਕ ਨਾ ਤਾਂ ਜਥੇਦਾਰ ਅਕਾਲ ਤਖਤ ਤੋਂ ਕੋਈ ਸਟੇਟਮੈਂਟ ਆਈ, ਨਾ ਹੀ ਐਸਜੀਪੀਸੀ ਤੋਂ ਕੋਈ ਸਟੇਟਮੈਂਟ ਆਈ ਕਿ ਇਹ ਬਹੁਤ ਗਲਤ ਸੀ ਜਾਂ ਠੀਕ ਨਹੀਂ ਸੀ। ਹਲੇ ਕੋਈ ਵੀ ਸਟੇਟਮੈਂਟ ਕਿਸੇ ਨੇ ਵੀ ਆ ਕੇ ਇਸ ਚੀਜ਼ ਬਾਰੇ ਨਹੀਂ ਦਿੱਤੀ। ਅੱਛਾ, ਤੁਸੀਂ ਸਟੇਟਮੈਂਟ ਦਾ ਜ਼ਿਕਰ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਦਰਸ਼ਕਾਂ ਨੂੰ ਆਪਾਂ ਚੀਫ ਮਿਨਿਸਟਰ ਪੰਜਾਬ ਇਸ ਪੂਰੇ ਹਾਲਾਤ ਤੇ ਕੀ ਕਹਿੰਦੇ ਨੇ ਉਹ ਜ਼ਰਾ ਸੁਣਵਾ ਦਿੰਦੇ ਹਾਂ। हाँ, जरूर सुनवाओ। देखिए, आप लोगों के पास यहाँ गलत सूचनाएं हैं। लॉ एंड ऑर्डर पंजाब में कंट्रोल में है, पंजाब पुलिस सक्षम है और पंजाब का जो सोशल बॉन्डिंग है उस पर गोलियां भी चली 10 साल, बम भी फूटे, लेकिन पंजाब का जो भाईचारा है आपस में वो लोग मिलके रहना पसंद करते हैं। ਸੀਐਮ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਇੱਕ ਥਾਣਾ ਘੇਰਿਆ ਗਿਆ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਹੋਈ,
ਤੇ ਇਹਦੇ ਤੇ ਇੱਕ FIR ਵੀ ਨਹੀਂ ਦਰਜ ਕੀਤੀ ਪੰਜਾਬ ਪੁਲਿਸ ਨੇ, ਤਾਂ ਇਹਦਾ ਕਾਰਨ ਕੀ ਹੈ? ਤਾਂ CM ਸਾਹਿਬ ਨੇ 2 ਲਾਈਨਾਂ ਬੋਲ ਕੇ ਕਿ ਦੇਖੋ ਪੰਜਾਬ ਦੇ ਵਿੱਚ ਅੱਗੇ ਵੀ ਮਾਹੌਲ ਖਰਾਬ ਹੁੰਦਾ ਰਿਹਾ, ਬੰਬ ਗਿਰਦੇ ਰਹੇ ਨੇ, ਮਾਰ ਕੁਟਾਈ ਲੜਾਈ ਝਗੜਾ ਹੁੰਦਾ ਰਿਹਾ, ਪਰ ਪੰਜਾਬ ਨੂੰ ਕੋਈ ਖਤਰਾ ਨਹੀਂ ਹੈ ਤੇ ਇੱਥੇ ਇਨਵੈਸਟਰਸ ਆ ਰਹੇ ਨੇ, ਇੱਥੇ ਇਨਵੈਸਟਮੈਂਟਸ ਆ ਰਹੀਆਂ ਨੇ, ਪੰਜਾਬ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਲੱਗ ਰਹੀਆਂ। ਉਹਨਾਂ ਨੇ ਗੱਲ ਹੀ ਦੂਜੇ ਪਾਸੇ ਘੁਮਾ ਲਈ ਤੇ ਪੱਤਰਕਾਰ ਆਪਣੇ ਸਵਾਲ ਹੀ ਪੁੱਛਦੇ ਰਹਿ ਗਏ ਤੇ CM ਸਾਹਿਬ ਤੇ ਅਰਵਿੰਦ ਕੇਜਰੀਵਾਲ ਜੋ ਉਸ ਟਾਈਮ ਇਕੱਠੇ ਬੈਠੇ ਸੀਗੇ ਉੱਠ ਕੇ ਹੀ ਚਲੇ ਗਏ। ਕੇਜਰੀਵਾਲ ਸਾਹਿਬ ਨੇ 1-2 ਵਾਰ ਖੰਘ ਕੇ ਦਿਖਾਤਾ ਤੇ CM ਸਾਹਿਬ ਨੇ 1 ਲਾਈਨ ਬੋਲ ਕੇ ਸਾਰੀ ਗੱਲ ਇਨਵੈਸਟਮੈਂਟ ਵੱਲ ਲਿਆ ਕੇ ਉੱਠ ਕੇ ਹੀ ਚਲੇ ਗਏ, ਜਦ ਕਿ ਉਹਨਾਂ ਨੂੰ ਉੱਥੇ ਸਟੈਂਡ ਲੈਣਾ ਚਾਹੀਦਾ ਸੀਗਾ ਜੋ ਪੰਜਾਬੀਅਤ ਦੀ ਤੇ ਪੰਜਾਬ ਦੀ ਥੋੜੀ ਇੱਜ਼ਤ ਬਣਾਉਂਦਾ ਕਿ ਨਹੀਂ ਅਸੀਂ ਨਹੀਂ ਬਖਸ਼ਾਂਗੇ, ਇਹ ਗਲਤ ਹੋਇਆ, ਮੈਂ ਇਹਨੂੰ ਅਪੋਜ਼ ਕਰਦਾ। ਪਰ ਮੈਨੂੰ ਲੱਗਦਾ CM ਸਾਹਿਬ ਦੀਆਂ ਸਟੇਟਮੈਂਟਸ ਵੀ ਸ਼ਾਇਦ ਕਿਤੋਂ ਡਰਾਫਟ ਹੋ ਕੇ ਆਣੀਆਂ ਹੋਣਗੀਆਂ ਕਿ ਕਿਤੋਂ ਉੱਤੋਂ ਇਨਸਟਰਕਸ਼ਨਸ ਆਣੀਆਂ ਹੋਣਗੀਆਂ ਕਿ CM ਸਾਹਿਬ ਨੇ ਗੱਲ ਵਿੱਚ ਹੀ ਤੋੜ ਕੇ ਛੱਡ ਕੇ ਚਲੇ ਗਏ। ਹੋਰ ਕੁਝ ਨਾ ਵੀ ਕਰਦੇ, ਘੱਟੋ ਘੱਟ ਫਿਕਰਮੰਦ ਤੇ ਨਜ਼ਰ ਆਉਂਦੇ ਉਹ ਪੰਜਾਬ ਲਈ, ਪੰਜਾਬ ਦੇ ਵਿੱਚ ਹੋ ਰਹੇ ਇਸ ਘਟਨਾ ਲਈ ਫਿਕਰਮੰਦ ਸ਼ਬਦਾਂ ਦਾ ਇਸਤੇਮਾਲ ਤਾਂ ਕਰਦੇ, ਉਹ ਕੰਸਰਨ ਤਾਂ ਦਿਖਾਉਂਦੇ ਕਿ ਮੇਰੇ ਪੰਜਾਬ 'ਚ ਕੁਝ ਹੋ ਰਿਹਾ ਹੈ, ਐਵਰੀਥਿੰਗ ਇਜ਼ ਅੰਡਰ ਕੰਟਰੋਲ, ਭਰੋਸਾ ਰੱਖਿਓ ਲਾਅ ਐਂਡ ਆਰਡਰ ਤੇ, ਸਭ ਠੀਕ ਰਹੇਗਾ। ਪਰ ਇਦਾਂ ਦਾ ਕੁਝ ਨਹੀਂ ਕੀਤਾ ਉਹਨਾਂ ਨੇ। ਤੁਸੀਂ ਪੰਜਾਬ ਦੇ ਵੀਡੀਓ ਦੀ CM ਸਾਹਿਬ ਦੇ ਵੀਡੀਓ ਜਿਹੜਾ ਆਪਾਂ ਦਿਖਾਇਆ, ਇੱਕ ਹੋਰ ਮੈਂ ਤੁਹਾਨੂੰ ਵੀਡੀਓ ਦੀ ਗੱਲ ਕਰਦਾ, ਇਹ ਸਾਰੀ ਚੀਜ਼ਾਂ ਦੇ ਕਨਸੀਕੁਐਂਸ ਹੁਣ ਅੱਗੇ ਆਣੇ ਸ਼ੁਰੂ ਹੋਣਗੇ। ਬਿਲਕੁਲ ਇਹਦੇ ਹੁਣ ਖਰਾਬ ਨਤੀਜੇ ਆਪਾਂ ਨੂੰ ਦਿਖਣੇ ਸ਼ੁਰੂ ਹੋਣਗੇ। ਇੱਕ ਸਿੰਘ ਇਹ ਕਹਿ ਰਿਹਾ ਵੀਡੀਓ ਦੇ ਵਿੱਚ ਕਿ ਇਹ ਜਿਹੜਾ ਮੁੱਖ ਮੰਤਰੀ ਹੈ ਕੁਲਫੀ ਗਰਮ ਵਾਲਾ, ਇਹ ਜਿਹੜਾ ਮੁੱਖ ਮੰਤਰੀ ਹੈ ਕੁਲਫੀ ਗਰਮ ਵਾਲਾ, ਇਹਦੀ ਕੁਲਫੀ ਅਸੀਂ ਹੁਣ ਕਰਾਂਗੇ ਠੰਡੀ ਤੇ ਇਹਨੂੰ ਦੱਸਾਂਗੇ ਕੁਲਫੀ ਕਿਵੇਂ ਠੰਡੀ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਖਾਲਿਸਤਾਨ ਹੀ ਬਣੂਗਾ, ਖਾਲਿਸਤਾਨ ਬਣਾਵਾਂਗੇ, ਇੱਥੇ ਕੋਈ ਹਿੰਦੂ ਰਾਸ਼ਟਰ ਨਹੀਂ ਬਣੂਗਾ। ਅੰਮ੍ਰਿਤਪਾਲ ਬਾਰ-ਬਾਰ ਕਹਿੰਦਾ ਹੈ ਕੇਸ਼ਧਾਰੀ ਹਿੰਦੂ, ਇਹ ਬਹੁਤ ਗਲਤ ਸ਼ਬਦ ਹੈ ਜੋ ਪੰਜਾਬ ਦੇ ਵਿੱਚ ਭਾਈਚਾਰਾ ਖਰਾਬ ਕਰੂਗਾ, ਪੰਜਾਬੀਅਤ ਲਈ ਨੁਕਸਾਨ ਖੜਾ ਕਰੂਗਾ ਤੇ ਪੰਜਾਬ ਨੂੰ ਅਨਸਟੇਬਿਲਿਟੀ ਵੱਲ ਲੈ ਕੇ ਜਾਊਗਾ। ਕੇਸ਼ਧਾਰੀ ਸਿੱਖ ਕੀ ਹੁੰਦਾ? ਕੁਝ ਨਹੀਂ ਹੁੰਦਾ। ਤਾਂ ਜਿਹੜੇ ਸਿੱਖ ਹੈ ਜਿਹੜੇ ਸ਼ਾਂਤ ਰਹਿੰਦੇ ਨੇ, ਜਿਹੜੇ ਐਜੀਟੇਸ਼ਨਸ ਦੇ ਵਿੱਚ ਕੋਈ ਇੰਪਲਸਿਵ ਚੀਜ਼ ਨਹੀਂ ਕਰਦੇ ਹੈਗੇ, ਕੁਝ ਗਲਤ ਨਹੀਂ ਬੋਲਦੇ, ਕੁਝ ਨਹੀਂ ਗਲਤ ਕਰਦੇ, ਉਹ ਤਾਂ ਅੰਮ੍ਰਿਤਪਾਲ ਕਹਿੰਦਾ ਕਿ ਉਹ ਤਾਂ ਹਿੰਦੂ ਨੇ ਪਰ ਉਹਨਾਂ ਨੇ ਕੇਸ਼ ਰੱਖੇ ਹੋਏ ਨੇ। ਤੇ ਜਿਹੜੇ ਖਾਲਿਸਤਾਨ ਕਹਿੰਦੇ ਨੇ ਉਹ ਸਾਡੇ ਸਿੱਖ ਨੇ। ਸਾਡੇ ਜ਼ਿਲ੍ਹੇ ਦੇ ਆ ਤੂੰ, ਕੰਨ ਸੋਲ ਕੇ ਸੁਣ ਲਾ, ਤਾਂ ਕਹਿੰਦੀ ਕੁਲਫੀ ਗਰਮ ਤੇਰੀ ਕੁਲਫੀ ਕਿਤੇ ਸਾਨੂੰ ਠੰਡੀ ਨਾ ਕਰਨੀ ਪਏ। ਅੱਛਾ, ਇੱਕ ਗੱਲ ਹੋਰ ਮੈਂ ਚਰਚਾ ਕਰਨੀ ਚਾਹ ਰਹੀ ਸੀ ਕਿ ਜਿਹੜਾ ਸਾਡਾ ਜਾਂ ਕਿਸੇ ਦਾ ਵੀ ਕੋਈ ਮਜ਼ਹਬ ਹੈ, ਉਹ ਕਦੀ ਵੀ ਤੁਹਾਨੂੰ ਆਕਰੋਸ਼, ਅਗਰੈਸ਼ਨ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਇਹ ਨਹੀਂ ਸਿਖਾਉਂਦਾ ਹੈ। ਮਗਰ ਜਿੱਦਾਂ ਦੀ ਬੋਲੀ ਅੰਮ੍ਰਿਤਪਾਲ ਜਿਸ ਤਰ੍ਹਾਂ ਦਾ ਅਗਰੈਸ਼ਨ ਦਾ ਇਸਤੇਮਾਲ ਕਰ ਰਿਹਾ ਹੈ, ਉਹ ਤੇ ਹਲੀਮੀ, ਮੁਹੱਬਤ, ਪਿਆਰ, ਆਦਰ, ਸਤਿਕਾਰ, ਉਹ ਇਹਦੇ ਤੋਂ ਕੋਸੋਂ ਦੂਰ ਚਲੀ ਜਾ ਰਹੀ ਹੈ। ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਹੈ ਕਿ ਜਾਂ ਤਾਂ ਤੁਸੀਂ ਥਿੰਕ ਮਾਈ ਵੇ ਔਰ ਹਾਈਵੇ। ਯੈਸ ਹਾਊ ਡੂ ਯੂ ਸੀ ਦੈਟ? ਪੰਜਾਬ ਮੈਂ ਚਲਾਉਂਗਾ, ਪੰਜਾਬ ਖਤਰੇ 'ਚ ਹੈ, ਪੰਜਾਬੀ ਖਤਰੇ 'ਚ ਨੇ, ਅਸੀਂ ਬੇਅਦਬੀ ਹੋਣ ਨਹੀਂ ਦੇਵਾਂਗੇ, ਹਾਂ ਅਸੀਂ ਆਪ ਕਰ ਸਕਦੇ ਹਾਂ, ਅਸੀਂ ਮਾਹੌਲ ਖਰਾਬ ਕਰਨ ਨਹੀਂ ਦੇਵਾਂਗੇ, ਹਾਂ ਅਸੀਂ ਆਪ ਕਰ ਸਕਦੇ ਹਾਂ, ਤੇ ਅਸੀਂ ਲੜਨ ਜਾਵਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਾਲ ਲੈ ਕੇ ਜਾਵਾਂਗੇ। ਤੇ ਇਸ ਚੀਜ਼ ਤੋਂ ਬਹੁਤ ਖੁਸ਼ ਨੇ, ਇਸ ਚੀਜ਼ ਤੋਂ ਬੜੀ ਤਸੱਲੀ 'ਚ ਹੈ ਕਿ ਪੁਲਿਸ ਨੇ ਪਰਚਾ ਕੈਂਸਲ ਕਰਤਾ। ਹੁਣ ਇੱਕ ਪਰਚਾ ਕੈਂਸਲ ਕਰਾਉਣ ਲਈ, ਪਰਚਾ ਰੱਦ ਕਰਾਉਣ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈ ਕੇ ਜਾਓਗੇ? ਕੀ ਹੋਇਆ ਕੀ ਸੀਗਾ? ਇੱਕ ਬੰਦੇ ਤੇ ਇੱਕ ਪਰਚਾ ਦਰਜ ਹੋਇਆ, ਉਸ ਜਗ੍ਹਾ ਤੇ ਬੈਠ ਕੇ, ਠੀਕ ਹੈ, ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਸੀਗੇ, ਤੁਸੀਂ ਕੀਰਤਨ ਸ਼ੁਰੂ ਕਰ ਦਿੰਦੇ, ਤੁਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਆਪਣਾ ਰੋਸ਼ ਪ੍ਰਗਟ ਕਰਦੇ। ਇਹ ਥੋੜੀ ਤੁਸੀਂ ਉੱਥੇ ਜੇ ਪਰਚਾ ਦਰਜ ਹੋ ਗਿਆ ਤਾਂ ਤੁਸੀਂ ਪੁਲਿਸ ਨੂੰ ਕੁੱਟੋਗੇ, ਪੁਲਿਸ ਨੂੰ ਮਾਰੋਗੇ। ਤੇ ਉਹ ਤੋਂ ਬਾਅਦ ਪੁਲਿਸ ਦਾ ਵੀ ਸਟੈਂਡ ਜਿਹੜਾ ਹੈਗਾ ਉਹ ਇਹੀ ਸ਼ੋਅ ਕਰ ਰਿਹਾ ਹੈ, ਲੋਕਾਂ ਲਈ ਡਰ ਪੈਦਾ ਕਰ ਰਿਹਾ ਹੈ, ਲਾਅ ਐਂਡ ਆਰਡਰ ਲਈ ਉਹ ਸਿਗਨਲ ਠੀਕ ਨਹੀਂ ਸੀਗਾ। ਚਾਹੇ ਹੁਣ ਠੀਕ ਹੈ, ਅੱਗੇ ਇਹ ਕੋਈ ਐਕਸ਼ਨ ਲੈਂਦੇ ਨੇ ਜਾਂ ਕੁਝ ਕਰਦੇ ਨੇ, ਜਿਵੇਂ ਹੁਣ ਸਟੇਟਮੈਂਟਸ ਆ ਰਹੀਆਂ ਨੇ ਕਿ ਹਾਂ ਅਸੀਂ ਵੀਡੀਓ ਦੇਖਾਂਗੇ, ਅਸੀਂ ਕਾਰਵਾਈ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਈ, ਸਵਰੂਪ ਸੀ ਉੱਥੇ, ਗੁਰੂ ਗ੍ਰੰਥ ਸਾਹਿਬ ਸੀਗੇ ਉੱਥੇ, ਅਸੀਂ ਇਸ ਕਰਕੇ ਕੋਈ ਐਕਸ਼ਨ ਨਹੀਂ ਲਿੱਤਾ। ਪਰ ਇਹਦੇ ਨਾਲ ਲਾਅ ਐਂਡ ਆਰਡਰ ਦਾ ਬਹੁਤ ਖਰਾਬ ਐਗਜ਼ਾਮਪਲ ਗਿਆ। ਹਾਂ, ਰਿਲੀਜੀਅਸ ਤੌਰ ਤੇ ਜੇ ਤੁਸੀਂ ਦੇਖੋ ਉਹ ਠੀਕ ਹੈ, ਉਹ ਇੱਕ ਵਧੀਆ ਮੈਸੇਜ ਗਿਆ ਕਿ ਹਾਂ ਗੁਰੂ ਗ੍ਰੰਥ ਸਾਹਿਬ ਉੱਥੇ ਸੀਗੇ ਤਾਂ ਅਸੀਂ ਕੁਝ ਨਹੀਂ ਕੀਤਾ, ਅਸੀਂ ਰਿਸਪੈਕਟਫੁਲੀ ਬੈਠੇ, ਗੱਲ ਕੀਤੀ ਤੇ ਉਹਨਾਂ ਨੂੰ ਭੇਜਤਾ। ਪਰ ਲਾਅ ਐਂਡ ਆਰਡਰ ਦੇ ਪਰਸਪੈਕਟਿਵ ਨਾਲ ਉੱਥੇ ਜੋ ਹੋਇਆ ਉਹ ਠੀਕ ਨਹੀਂ ਸੀਗਾ। ਨਾਲੇ ਦੇਖੋ ਨਾ ਐਗਜ਼ਾਮਪਲ ਕਿਦਾਂ ਦਾ ਸੈੱਟ ਹੋਇਆ ਹੈ। ਕੱਲ ਨੂੰ ਮੈਂ ਵੀ ਕੋਈ ਸ਼ਰਤਾਂ ਮਨਵਾਉਣੀਆਂ ਨੇ ਤੇ ਮੈਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਨਾਲ ਲੈ ਕੇ ਚਲੀ ਜਾਵਾਂਗੀ ਤੇ ਸ਼ਰਤਾਂ ਮੇਰੀਆਂ ਮੰਨ ਲਈਆਂ ਜਾਣਗੀਆਂ, ਜਾਂ ਫਿਰ ਮੈਂ ਵੀ ਆਪਣੇ ਨਾਲ 400-500 ਫਾਲੋਅਰ ਦੀ ਭੀੜ ਨੂੰ ਕਹਾਂਗੀ ਕਿ ਕੱਲ ਪਹੁੰਚ ਜਿਓ ਤੇ ਮੇਰੀ ਸ਼ਰਤਾਂ ਮੈਂ ਮਨਵਾ ਲਾਂਗੀ। ਕਿ ਇਹ ਮੋਡਸ ਆਪਰੈਂਡਾ ਹੈ ਹੁਣ ਸਾਰੇ ਸਿਵਿਲੀਅਨਸ ਇਖਤਿਆਰ ਕਰਨ ਲੱਗ ਜਾਣਗੇ? ਇਹ ਪੂਰੇ ਵਰਲਡ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਮੇਰੇ ਹਿਸਾਬ ਨਾਲ ਬੇਇੱਜ਼ਤੀ ਹੋਈ ਹੈ। ਇਹ ਚੀਜ਼, ਇਹ ਮੈਸੇਜ ਨਹੀਂ ਜਾਣਾ ਚਾਹੀਦਾ ਸੀਗਾ। ਯੂਥ ਨੂੰ ਇੱਕ ਅਲੱਗ ਤਰ੍ਹਾਂ ਦਾ ਮੈਸੇਜ ਚਲਾ ਗਿਆ,
ਵੀ ਜੇ ਕੋਈ ਚੀਜ਼ ਨਹੀਂ ਹੁੰਦੀ ਤਾਂ ਅੜ ਕੇ ਕਰਾ ਲਓ, ਜੇ ਕੋਈ ਚੀਜ਼ ਨਹੀਂ ਹੁੰਦੀ ਤਾਂ ਲੜ ਕੇ ਕਰਾ ਲਓ। ਲਾਅ ਐਂਡ ਆਰਡਰ ਇਜ਼ ਅ ਸੈਕੰਡਰੀ ਥਿੰਗ। ਅੜਨਾ, ਵਾਇਲੈਂਸ ਦਿਖਾਣਾ, ਇਸ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਇਹ ਸਾਰੇ ਇਨਸੀਡੈਂਟ ਦਾ ਇਹੀ ਮੈਸੇਜ ਗਿਆ। ਅੱਛਾ, ਇੱਕ ਨਾ ਮੈਨੂੰ ਇੱਕ ਟਾਈਮ ਯਾਦ ਆਉਂਦਾ ਹੈ ਜਦੋਂ ਆਪਣੇ ਕਿਸਾਨ ਅੰਦੋਲਨ ਕਰ ਰਹੇ ਸੀ। ਮੈਂ ਵਾਪਸ ਆ ਰਹੀ ਹਾਂ ਸਰਕਾਰਾਂ ਦੀ ਭੂਮਿਕਾ ਤੇ। ਆਪਾਂ ਸਟੇਟ ਗਵਰਨਮੈਂਟ ਦੀ ਗੱਲ ਕੀਤੀ, ਪੰਜਾਬ ਪੁਲਿਸ ਦੀ ਕਰ ਰਹੇ ਹਾਂ, ਉਹਨਾਂ ਦੀ ਤੇ ਹੋਏਗੀ ਇਸ ਤੇ ਚਰਚਾ, ਲੇਕਿਨ ਮੈਨੂੰ ਲੱਗਦਾ ਹੈ ਸੈਂਟਰ ਗਵਰਨਮੈਂਟ ਦੀ ਭੂਮਿਕਾ ਦੇ ਬਾਰੇ ਚ ਵੀ ਇੱਕ ਵਾਰੀ ਇਸ ਪੁਆਇੰਟ ਨੂੰ ਟੱਚ ਕਰਨਾ ਬੜਾ ਜ਼ਰੂਰੀ ਹੈ। ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਤੁਸੀਂ ਉਸ ਦੌਰ ਨੂੰ ਯਾਦ ਕਰੋ। ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਦੇ ਰਹੇ ਸੀ। ਉਹਨਾਂ ਨੇ ਹਰ ਤਰ੍ਹਾਂ ਦੀਆਂ ਤੋਹਮਤਾਂ ਸਹੀਆਂ ਨੇ। ਉਹਨਾਂ ਨੇ ਉੱਥੇ ਲੰਬਾ ਸੰਘਰਸ਼ ਕੀਤਾ ਹੈ ਉਹ ਤਿੰਨ ਕ੍ਰਿਸ਼ੀ ਕਾਨੂੰਨ ਵਾਪਸ ਕਰਾਉਣ ਲਈ। ਉਹਨਾਂ ਨੂੰ ਖਾੜਕੂ, ਅੱਤਵਾਦੀ, ਪਾਕਿਸਤਾਨੀ, ਜਿਹਾਦੀ, ਖਾਲਿਸਤਾਨੀ ਇਹ ਸਭ ਕੁਝ ਕਿਹਾ ਗਿਆ। ਔਰ ਕਿਹਨਾਂ ਨੇ ਕਿਹਾ? ਸੈਂਟਰ ਗਵਰਨਮੈਂਟ ਦੇ ਨੁਮਾਇੰਦਿਆਂ ਨੇ, ਬੀਜੇਪੀ ਦੇ ਵੱਡੇ ਵੱਡੇ ਨੇਤਾਵਾਂ ਨੇ ਇਹ ਆਰੋਪ ਲਗਾਏ। ਨਾਓ ਕੰਟਰਰੀ ਟੂ ਦੈਟ, ਇੱਕ ਸ਼ਖਸ ਹੈ ਜਿਹੜਾ ਪੰਜਾਬ ਚ ਆ ਕੇ ਲੋਕਾਂ ਨੂੰ ਖਾਲਿਸਤਾਨ ਮੂਵਮੈਂਟ ਲਈ ਮੋਬਿਲਾਈਜ਼ ਕਰ ਰਿਹਾ ਹੈ, ਵੈਪਨਾਈਜ਼ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਸਭ ਹਥਿਆਰ ਰੱਖੋ ਇਨ ਦ ਨੇਮ ਆਫ ਸਾਡੇ ਆਪਣੇ ਗੁਰੂਆਂ ਦਾ ਨਾਮ ਲੈ ਕੇ। ਹੁਣ ਸੈਂਟਰ ਗਵਰਨਮੈਂਟ ਨੂੰ ਇਹ ਸਭ ਹੁੰਦਾ ਹੋਮ ਮਿਨਿਸਟਰੀ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਉਹਨਾਂ ਦੇ ਚਸ਼ਮੇ ਜਿਹੜੇ ਨੇ ਉਹ ਕਾਲੇ ਐਜ਼ ਇਨ ਬਲੈਕ ਆਊਟ ਹੋ ਗਏ ਨੇ, ਜਾਂ ਉਹ ਆਪਣਾ ਪੱਲਾ ਇਹ ਕਹਿ ਕੇ ਝਾੜ ਸਕਦੇ ਨੇ ਕਿ ਸੇਫਟੀ, ਸਿਕਿਉਰਿਟੀ, ਲਾਅ ਐਂਡ ਆਰਡਰ ਇਜ਼ ਅ ਸਟੇਟ ਸਬਜੈਕਟ। ਕੈਨ ਦੇ ਗੈਟ ਅਵੇ ਵਿਦ ਦੈਟ? ਮਿਸ਼ਾ, ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਜੋ ਸਾਰਾ ਮਾਹੌਲ ਹੋ ਰਿਹਾ ਹੈ, ਸ਼ਾਇਦ ਉੱਤੇ ਕੋਈ ਵੱਡੀ ਛਤਰੀ ਹੈ ਜਿਹਦੇ ਥੱਲੇ ਸਾਰੇ ਖੜੇ ਹੈ, ਤੇ ਜਿਹਨੇ ਉਹ ਛਤਰੀ ਫੜੀ ਹੋਈ ਹੈ ਉਹਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋ ਰਿਹਾ ਹੈ। ਇਸ ਕਰਕੇ ਕਈ ਗੱਲਾਂ ਤੇ ਉਹ ਚੁੱਪ ਵੀ ਨੇ, ਪਰ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਸਰਕਾਰ ਦੀ ਨਾਕਾਮਯਾਬੀ, ਸਰਕਾਰ ਦੇ ਉੱਤੇ ਤੰਜ ਕੱਸਣਾ ਉਹ ਵੀ ਕਰ ਦਿੰਦੇ ਨੇ, ਪਰ ਸਹੀ ਮਾਇਨੇ 'ਚ ਉਹ ਚੁੱਪ ਵੀ ਨੇ। ਹੁਣ ਕਿਹਾ ਜਾ ਰਿਹਾ ਹੈ ਕਿ IB ਨੇ, ਇੰਟੈਲੀਜੈਂਸ ਨੇ ਸਾਰੀਆਂ ਰਿਪੋਰਟਸ ਪੰਜਾਬ ਸਰਕਾਰ ਨਾਲ ਸ਼ੇਅਰ ਕਰਤੀਆਂ, ਤੇ ਇਸ ਗੱਲ ਵੱਲ ਹੁਣ ਪੰਜਾਬ ਜਾ ਰਿਹਾ ਜੋ ਕਿ ਪੰਜਾਬ ਤੇ ਪੰਜਾਬੀਅਤ ਲਈ ਠੀਕ ਨਹੀਂ ਹੈਗਾ, ਕਿਉਂਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਕਿ ਸਰਕਾਰ ਨੂੰ ਭੰਗ ਕਰਕੇ ਇੱਥੇ ਗਵਰਨਰ ਰਾਜ ਆ ਜਾਊਗਾ ਬਹੁਤ ਜਲਦੀ, ਜਿਵੇਂ ਜਿਵੇਂ ਮਾਹੌਲ ਚੱਲ ਰਿਹਾ ਹੈ, ਕਿਉਂਕਿ ਇਹ ਜਿਹੜੀ ਸਰਕਾਰ ਹੈ ਉਹ ਟੈਕਲ ਨਹੀਂ ਕਰ ਪਾ ਰਹੀ, ਨਹੀਂ ਇਹਨੂੰ ਦੇਖ ਪਾ ਰਹੀ। ਅੱਛਾ, ਕਮਿੰਗ ਬੈਕ ਟੂ ਪੰਜਾਬ ਪੁਲਿਸ, ਜਿਹੜਾ ਉਸ ਦਿਨ ਐਪੀਸੋਡ ਹੋਇਆ, ਆਪਾਂ ਇਹਨੂੰ ਮੰਨ ਲੈਂਦੇ ਹਾਂ ਕਿ ਇੰਟੈਲੀਜੈਂਸ ਫੇਲੀਅਰ ਸੀਗਾ, ਗਵਰਨਮੈਂਟ ਹੈਂਡਲ ਨਹੀਂ ਕਰ ਪਾ ਰਹੀ। ਤੁਸੀਂ ਕੀ ਉਸ ਜਿੱਦਾਂ ਦੀ ਉਹ ਹੈਂਡਲਿੰਗ ਕੀਤੀ ਹੈ ਤੇ ਬਾਅਦ 'ਚ ਜਿਹੜਾ ਉਹਦਾ ਇੱਕ ਫੇਸ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਪੁਲਿਸ ਵੱਲੋਂ ਕਿ ਅਸੀਂ ਬੇਅਦਬੀਆਂ ਤੋਂ ਬਚਾਉਣ ਲਈ ਇਹ ਸਭ ਕੀਤਾ, ਹਾਊ ਡੂ ਯੂ ਸੀ, ਹਾਊ ਸ਼ੁੱਡ ਵੀ ਸੀ ਪੰਜਾਬ ਪੁਲਿਸ? ਕੀ ਪੰਜਾਬ ਪੁਲਿਸ ਡਰਪੋਕ ਹੈ ਜਾਂ ਬਹੁਤੀ ਸਿਆਣੀ ਹੈ? ਪੰਜਾਬ ਪੁਲਿਸ ਡਰਪੋਕ ਤਾਂ ਬਿਲਕੁਲ ਵੀ ਨਹੀਂ। ਪੰਜਾਬ ਪੁਲਿਸ ਨੇ ਬਹੁਤ ਸ਼ਹਾਦਤਾਂ ਦਿੱਤੀਆਂ, ਇਹ ਸਟੇਟ ਨੂੰ ਖੜਾ ਕੀਤਾ ਹੈ, ਸਟੇਟ ਤੋਂ ਕ੍ਰਾਈਮ ਖਤਮ ਕੀਤਾ ਹੈ। ਪੰਜਾਬ ਪੁਲਿਸ ਜੋ ਅੰਮ੍ਰਿਤਪਾਲ ਕਰ ਗਿਆ, ਉਸ ਵੇਲੇ ਜੇ ਪੰਜਾਬ ਪੁਲਿਸ ਕੁਝ ਐਕਸ਼ਨ ਲੈਂਦੀ ਤਾਂ ਸ਼ਾਇਦ ਇੱਕ ਹੋਰ ਬੇਅਦਬੀ ਹੋ ਜਾਂਦੀ ਜਾਂ ਇੱਕ ਹੋਰ ਬੇਅਦਬੀ ਬਣਾ ਲਿੱਤੀ ਜਾਂਦੀ। ਤਾਂ ਉਹਨਾਂ ਨੇ ਮੌਕਾ ਸੰਭਾਲਿਆ ਸ਼ਾਂਤੀ ਨਾਲ, ਸਮਝਦਾਰੀ ਨਾਲ, ਤੇ ਮੈਂ ਜਿਵੇਂ ਕਿ ਫੇਰ ਕਹੂੰਗਾ ਲਾਅ ਐਂਡ ਆਰਡਰ ਲਈ ਤਾਂ ਗਲਤ ਮੈਸੇਜ ਗਿਆ, ਪਰ ਹਾਂ ਰਿਲੀਜੀਅਸ ਤੌਰ ਤੇ ਮੈਸੇਜ ਸਹੀ ਗਿਆ। ਪਰ ਪੰਜਾਬ ਪੁਲਿਸ ਦੀ ਇਨਕੰਪੀਟੈਂਸ ਨਹੀਂ ਤੁਹਾਨੂੰ ਨਜ਼ਰ ਆ ਰਹੀ ਇਸ ਪੂਰੇ ਸਿਨੈਰੀਓ 'ਚ ਕਿ ਤੁਹਾਨੂੰ ਪਤਾ ਸੀਗਾ ਕਿ ਇੱਦਾਂ ਹੋ ਸਕਦਾ ਹੈ ਕਿ ਲੋਕੀ ਮੋਬਿਲਾਈਜ਼ ਹੋ ਕੇ ਕੱਲ ਸਾਡੇ ਥਾਣੇ ਦੇ ਬਾਹਰ ਪਹੁੰਚ ਜਾਣ? ਤੁਸੀਂ ਐਟਲੀਸਟ ਆਪਣੇ ਪੁਲਿਸਮੈਨ, ਆਪਣੇ ਸਿਪਾਹੀਆਂ ਦੀ ਸੇਫਟੀ ਲਈ ਇੰਤਜ਼ਾਮ ਕੀਤੇ ਹੁੰਦੇ। ਉਹਨਾਂ ਨੂੰ ਡੰਡਿਆਂ ਦੇ ਅੱਗੇ ਕਰਨ ਨਾਲੋਂ ਯੂ ਸ਼ੁੱਡ ਹੈਵ ਬੀਨ ਫੁਲੀ ਇਕਵਿਪਡ ਕਿ ਕੋਈ ਵੀ ਸਿਨੈਰੀਓ ਹੋ ਜਾਏ ਅਸੀਂ ਹਰ ਸਿਚੁਏਸ਼ਨ ਲਈ ਤਿਆਰ ਹਾਂ। ਪੁਲਿਸ ਤਿਆਰ ਨਜ਼ਰ ਨਹੀਂ ਆ ਰਹੀ ਸੀ। ਪੁਲਿਸ ਬੇਅਦਬੀ ਨਹੀਂ ਕਰਨਾ ਚਾਹੁੰਦੀ ਸੀ। ਪੁਲਿਸ, ਪੰਜਾਬ ਪੁਲਿਸ ਹਮੇਸ਼ਾ ਤਿਆਰ ਹੈ ਕਿਸੇ ਵੀ ਇਵੈਂਟ ਨੂੰ, ਕਿਸੇ ਵੀ ਵਾਰਦਾਤ ਨੂੰ ਰੋਕਣ ਲਈ, ਸੰਭਾਲਣ ਲਈ, ਪਰ ਬੇਅਦਬੀ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗੇ ਪੁਲਿਸ ਨਹੀਂ ਕੁਝ ਕਰ ਸਕੀ, ਤੇ ਕਰਨਾ ਵੀ ਨਹੀਂ ਚਾਹੀਦਾ ਸੀ ਮੇਰੇ ਹਿਸਾਬ ਨਾਲ। ਆਪਾਂ ਇੱਕ ਬੜਾ ਇਮੋਸ਼ਨਲ ਸਟੇਟ ਹੈ, ਬੜਾ ਦਿਲੋਂ ਆਪਣੇ ਗੁਰੂ ਨਾਲ ਜੁੜੇ ਹੋਏ ਹਾਂ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾਂ, ਤਾਂ ਪੁਲਿਸ ਨੇ ਵੀ ਜੋ ਕੀਤਾ ਮੇਰੇ ਹਿਸਾਬ ਨਾਲ ਸਮਝਦਾਰੀ ਸੀਗੀ। ਇਨਕੰਪੀਟੈਂਟ ਆਪਾਂ ਪੁਲਿਸ ਨੂੰ ਨਹੀਂ ਕਹਿ ਸਕਦੇ, ਬਹੁਤ ਸ਼ਹਾਦਤਾਂ ਦਿੱਤੀਆਂ, ਬੜੇ ਬੜੇ ਪੰਜਾਬ ਨੂੰ ਬੜੇ ਮਾੜੇ ਹਾਲਾਤਾਂ ਚੋਂ ਪੰਜਾਬ ਪੁਲਿਸ ਨੇ ਹੀ ਕੱਢਿਆ, ਜਿਹੜੇ ਅਫਸਰ ਨੇ ਇਹਨਾਂ ਨੇ ਹੀ ਪੁਲਿਸ ਨੂੰ ਕੱਢਿਆ। ਤਾਂ ਮੈਂ ਨਹੀਂ ਮੰਨਦਾ ਕਿ ਪੰਜਾਬ ਪੁਲਿਸ ਇਨਕੰਪੀਟੈਂਟ ਹੈ, ਪਰ ਹਾਂ ਇੱਕ ਐਡਮਿਨਿਸਟ੍ਰੇਟਿਵ ਫੇਲਿਅਰ ਹੋਇਆ ਮਾਈਟ ਬੀ। ਜਿਹਦੇ ਕੋਲ ਸਟੀਅਰਿੰਗ ਵੀਲ ਹੈ ਉਹ ਸਟੀਅਰਿੰਗ ਨਹੀਂ ਸੰਭਾਲ ਪਾਇਆ, ਜਾਂ ਕਹਿ ਦੋ ਇੱਕ ਹੋਰ ਬੇਅਦਬੀ ਰੋਕ ਲਈ ਇਹਨਾਂ ਨੇ ਹੋਣ ਤੋਂ, ਤੇ ਅੱਗੇ ਇਹਨੂੰ ਸਮਝਦਾਰੀ ਤੇ ਸੂਝ-ਬੂਝ ਨਾਲ ਟੈਕਲ ਕਰਨਗੇ, ਜੋ ਕਿ ਇਹਨਾਂ ਨੂੰ ਕਰਨਾ ਚਾਹੀਦਾ। SGPC ਨੂੰ ਵੀ ਇਹਦੇ ਤੇ ਇੰਟਰਵੇਨ ਕਰਨਾ ਚਾਹੀਦਾ, ਅਕਾਲ ਤਖਤ ਤੋਂ ਵੀ ਇੰਟਰਵੇਨ ਕਰਨਾ ਚਾਹੀਦਾ, ਤੇ ਪੰਜਾਬ ਪੁਲਿਸ ਨੂੰ ਵੀ ਜਲਦੀ ਹੀ ਕੋਈ ਐਕਸ਼ਨ ਲੈਣਾ ਚਾਹੀਦਾ। ਅੰਮ੍ਰਿਤਪਾਲ ਦੀ ਅੱਜ ਮੈਂ ਇੱਕ ਸਟੇਟਮੈਂਟ ਦੇਖੀ, ਉਹ ਵੀ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ,
ਜਿਹਦੇ ਵਿੱਚ ਅੰਮ੍ਰਿਤਪਾਲ ਨੂੰ ਕਿਹਾ ਗਿਆ ਕਿ ਪੰਜਾਬ ਪੁਲਿਸ ਹੁਣ ਕੈਮਰਿਆਂ ਦੇ ਵਿੱਚੋਂ ਦੇਖ ਕੇ ਕਾਰਵਾਈ ਕਰੂਗੀ ਤੇ ਉਸ ਤੇ ਅੰਮ੍ਰਿਤਪਾਲ ਦਾ ਇੱਕੋ ਦਮ ਜਵਾਬ ਆਇਆ ਕਿ ਕੀ ਲੋੜ ਹੈ ਕਰਨ ਦੀ ਕੈਮਰਿਆਂ ਚੋਂ ਦੇਖ ਕੇ। ਫਿਰ ਜੇ ਕੈਮਰਿਆਂ ਚੋਂ ਦੇਖ ਕੇ ਕਰੋਗੇ ਅਸੀਂ ਫਿਰ ਕੋਈ ਇਹੋ ਜਿਹੀ ਚੀਜ਼ ਕਰਾਂਗੇ ਜੋ ਹੁਣ ਹੋਈ ਹੈ। ਤਾਂ ਇਹਦੇ ਨਾਲ ਇੱਕ ਥੋੜਾ ਜਿਹਾ ਤਾਂ ਇਹ ਵੀ ਆਈਡੀਆ ਜਾਂਦਾ ਹੈ ਕਿ ਉਹਦਾ ਵੀ ਕੰਸਰਨ ਹੈ ਕਿ ਕੁਝ ਹੋਰ ਨਾ ਹੋ ਜਾਏ। ਡਰ ਕਹਿ ਲਓ, ਕੋਈ ਮਨ 'ਚ ਗੱਲ ਕਹਿ ਲਓ, ਉਸ ਚੀਜ਼ ਨੂੰ ਰੋਕਣ ਲਈ ਹੀ ਉਹਨੇ ਮੀਡੀਆ 'ਚ ਸਟੇਟਮੈਂਟ ਦਿੱਤੀ ਕਿ ਨਹੀਂ ਹੁਣ ਨਾ ਕਰੇ ਪੁਲਿਸ ਕੁਝ, ਨਹੀਂ ਤਾਂ ਫਿਰ ਕੁਝ ਐਵੇਂ ਦਾ ਹੋ ਜਾਊਗਾ। ਪਰ ਜਿਹੜੀ ਪੁਲਿਸ ਨੇ ਪੂਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਮੱਦੇਨਜ਼ਰ, ਉਹ ਆਪਾਂ ਮੰਨ ਲਿਆ ਕਿ ਠੀਕ ਕੀਤਾ, ਮਗਰ ਜਿੱਦਾਂ ਦਾ ਉਹਨਾਂ ਨੇ ਨਜ਼ੀਰ ਪੇਸ਼ ਕੀਤਾ ਹੈ, ਜਿਹੜਾ ਐਗਜ਼ਾਮਪਲ ਸੈੱਟ ਕਰ ਦਿੱਤਾ, ਉਹਦਾ ਕੀ ਕਰੀਏ ਜਿਹਦੇ ਕਰਕੇ ਹੋ ਸਕਦਾ ਅੰਮ੍ਰਿਤਪਾਲ ਦੇ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਹੋਣ। ਬਿਲਕੁਲ ਠੀਕ ਕਿਹਾ ਤੁਸੀਂ। ਇੱਕ FIR ਹੁੰਦੀ ਹੈ, ਇੱਕ ਬੰਦਾ ਫੜ ਲਿਆ ਪੁਲਿਸ ਨੇ, ਹੁਣ ਉਹਨਾਂ ਨੇ ਕਿਹਾ ਕਿ ਨਹੀਂ ਸਾਡਾ ਬੰਦਾ ਛੱਡੋ, ਗਲਤ ਤੁਸੀਂ ਕੀਤਾ, ਐਂਡ ਦੇ ਸੈਡ ਓਕੇ ਲੈ ਜਾਓ। ਹੁਣ ਇਹ ਕਿਦਾਂ ਦਾ ਐਗਜ਼ਾਮਪਲ ਸੈੱਟ ਕੀਤਾ? ਜਾਂ ਫਿਰ ਮੈਂ ਫਿਰ ਕਮਿੰਗ ਬੈਕ ਟੂ ਦ ਇਨਕੰਪੀਟੈਂਸ ਆਫ ਪੰਜਾਬ ਪੁਲਿਸ, ਐਦਾਂ ਨਹੀਂ ਹੈ ਕਿ ਸਾਰੇ ਚੰਗੇ ਹੁੰਦੇ ਆ, ਕੁਝ ਮਾੜੇ ਅਨਸਰ ਵੀ ਹੋ ਸਕਦੇ ਨੇ, ਕੁਝ ਕਮਜ਼ੋਰ ਕੜੀਆਂ ਵੀ ਹੋ ਸਕਦੀਆਂ ਪੰਜਾਬ ਪੁਲਿਸ 'ਚ ਵੀ ਹੋਣ। ਇਹ ਵੀ ਕੋਈ ਵੀ ਆਰ ਨਾਟ ਗੋਣਾ ਟਾਕ ਅਬਾਊਟ ਇਟ ਫॉर द फर्स्ट टाइम ਕਿ ਪੰਜਾਬ ਪੁਲਿਸ ਨੇ ਕੋਈ ਗਲਤ FIR ਦਰਜ ਕਰ ਲਈ ਹੈ, ਕਿਤੇ ਧੱਕਾ ਹੋ ਰਿਹਾ ਹੈ। ਹੁਣ ਇਸ ਕੇਸ 'ਚ ਤਾਂ ਇਦਾਂ ਨਜ਼ਰ ਆ ਰਿਹਾ ਹੈ ਕਿ ਇੱਕ ਤਾਂ ਗਲਤ ਐਗਜ਼ਾਮਪਲ ਸੈੱਟ ਕਰਤੀ ਹੈ, ਦੂਜਾ ਕੀ ਕਿਸੇ ਗੱਲੋਂ ਪੰਜਾਬ ਪੁਲਿਸ ਕਾਣੀ ਸੀ ਕਿ ਉਹਨਾਂ ਨੇ ਵਾਕਈ ਕਿਤੇ ਗਲਤ FIR ਦਰਜ ਕਰ ਲਈ ਸੀ, ਜਿਹਦੇ ਤੇ ਹੁਣ SIT ਬਿਠਾ ਦਿੱਤੀ ਗਈ ਹੈ ਕਿ ਇਹਨੂੰ ਪ੍ਰੋਬ ਕਰੇਗੀ ਕਿ FIR ਲੈਜਿਟ ਸੀ ਕਿ ਨਹੀਂ ਸੀ, ਗਲਤ ਤਾਂ ਨਹੀਂ ਹੋ ਗਿਆ ਸੀ। ਤੁਹਾਡੀ ਇਸ ਗੱਲ ਤੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਸ਼ਾਇਦ ਇਹ ਪਹਿਲੀ SIT ਸੀ ਜਿਹਨੇ ਘੰਟਿਆਂ 'ਚ ਹੀ ਰਿਜ਼ਲਟ ਦਿੱਤਾ। ਰਾਈਟ। ਨਹੀਂ ਤਾਂ SIT ਬੰਦੀਆਂ ਪਈਆਂ ਰਹਿੰਦੀਆਂ, ਫਾਈਲਾਂ ਘੁੰਮਦੀ ਰਹਿੰਦੀਆਂ। ਆਹ ਬੇਅਦਬੀ ਵਾਲੀ ਹੀ ਦੇਖ ਲਓ, ਜਿਹਦਾ ਕੱਲ ਪਰਸੋਂ ਚਲਾਨ ਪੇਸ਼ ਕੀਤਾ ਗਿਆ ਹੈ। 3 ਸਰਕਾਰਾਂ ਆਈਆਂ, ਤੀਜੀ ਸਰਕਾਰ ਹੈ ਜਿਹਨੇ ਹੁਣ ਚਲਾਨ ਪੇਸ਼ ਕੀਤਾ, ਉਹ ਵੀ SIT ਬਣੀ ਸੀਗੀ ਤੇ ਇਹ SIT ਨੇ ਤਾਂ ਮਿੰਟਾਂ ਦੇ ਵਿੱਚ ਹੀ ਕੰਮ ਕਰਤਾ ਦਬਾਅ 'ਚ ਆ ਕੇ। ਜ਼ਿਆਦਾ ਤਾਂ ਇਹ ਤੁਹਾਡੀ ਗੱਲ ਸਹੀ ਹੈ, ਦਾਗ ਲੱਗ ਗਿਆ ਇੱਕ ਪੰਜਾਬ ਤੇ ਪੰਜਾਬੀਅਤ ਤੇ। ਮੈਂ ਪੰਜਾਬ ਪੁਲਿਸ ਨੂੰ ਵੀ ਕੱਲੀ ਨੂੰ ਨਹੀਂ ਕਹੂੰਗਾ, ਪਰ ਪੰਜਾਬ ਤੇ ਪੰਜਾਬੀਅਤ ਤੇ ਦਾਗ ਹੈ। ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਬਾਕੀ ਦੇਸ਼ਾਂ ਦੇ ਉੱਤੇ ਇਹਦਾ ਬਹੁਤ ਮਾੜਾ ਇੰਪ੍ਰੈਸ਼ਨ ਜਾਊਗਾ ਪੰਜਾਬ ਤੇ ਪੰਜਾਬ ਦੇ ਮਾਹੌਲ ਨੂੰ ਲੈ ਕੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਪੰਜਾਬ ਆਓ, ਇਨਵੈਸਟਮੈਂਟ ਕਰੋ, CM ਸਾਹਿਬ ਆਪਣੇ ਵੀਡੀਓ 'ਚ ਇਨਵੈਸਟਮੈਂਟ ਕਹਿ ਕੇ ਉੱਠ ਕੇ ਚਲੇ ਗਏ, ਤੇ ਦੂਜੇ ਪਾਸੇ ਤੁਸੀਂ ਇਹ ਮਾਹੌਲ ਦਿਓਗੇ ਪੰਜਾਬੀਆਂ ਨੂੰ, ਇਹ ਮਾਹੌਲ ਦਿਓਗੇ ਆਪਣੇ ਇਨਵੈਸਟਰਸ ਨੂੰ। ਅੱਛਾ, ਮੈਨੂੰ ਇਹ ਵੀ ਸਮਝਾਇਓ ਜ਼ਰਾ, ਮੇਰੇ ਜ਼ਰੀਏ ਆਮ ਜਨਤਾ ਤੱਕ ਇਹ ਗੱਲ ਸਮਝ ਪਹੁੰਚੇ ਕਿ ਅੰਮ੍ਰਿਤਪਾਲ ਸਾਹਿਬ ਨੂੰ ਇਹ ਵੀ ਕਹਿੰਦਾ ਹੈ ਆਪਣੇ ਸਪੀਚਸ 'ਚ ਕਿ ਸਾਰੇ ਹਥਿਆਰ ਰੱਖੋ ਆਪਣੇ ਕੋਲ। ਹੁਣ ਜਿਹੜਾ ਪੰਜਾਬ ਪੁਲਿਸ ਦਾ ਜਿਸ ਤਰ੍ਹਾਂ ਦਾ ਆਪਣੇ ਕੰਟਰੋਲ 'ਚੋਂ ਬਾਹਰ ਸਿਚੁਏਸ਼ਨ ਹੁੰਦਾ ਨਜ਼ਰ ਆਇਆ ਕਿ ਇਦਾਂ ਤਾਂ ਨਹੀਂ ਕਿ ਵਾਕਈ ਸਭ ਨੂੰ ਹਥਿਆਰ ਰੱਖਣੇ ਪੈਣ, ਆਪਣੀ ਆਪਣੀ ਸੇਫਟੀ ਆਪਣੇ ਆਪਣੇ ਹੱਥ ਆ ਗਈ ਹੋਏ? ਬਹੁਤ ਵਾਜਿਬ ਸਵਾਲ ਹੈ। ਜੋ ਮਾਹੌਲ ਬਣ ਰਿਹਾ ਹੈ ਸ਼ਾਇਦ ਰੱਖਣਾ ਵੀ ਪਵੇ। ਅੱਛਾ, ਹੁਣ ਮੈਂ ਵੀ ਪੰਜਾਬ ਦੀ ਹਾਂ ਤੇ ਤੁਸੀਂ ਵੀ ਪੰਜਾਬ ਦੇ ਹੋ। ਨਹੀਂ, ਆਪਾਂ ਪੰਜਾਬ ਦੇ ਹਾਂ, ਪਰ ਅੰਮ੍ਰਿਤਪਾਲ ਆਪਾਂ ਨੂੰ ਪੰਜਾਬੀ ਨਹੀਂ ਮੰਨਦਾ। ਉਹ ਕਹਿੰਦਾ ਹੈ ਕਿ ਪੰਜਾਬ ਤੇ ਪੰਜਾਬੀ ਤਾਂ ਖਾਲਿਸਤਾਨ ਦੇ ਨੇ ਤੇ ਖਾਲਿਸਤਾਨ ਦਾ ਪੰਜਾਬ ਹੈ। ਦੇਖੋ, ਮੈਂ ਵੀ ਜਿਹੜੇ ਬਾਕੀ ਦੇ ਵੀ ਸਿੱਖ ਨੇ ਉਹ ਵੀ ਕੇਸ਼ਧਾਰੀ ਹਿੰਦੂ ਨੇ। ਮੈਂ ਮੰਨ ਲਿਆ, ਪਰ ਮੈਂ ਵੀ ਉਹਨਾਂ ਦੇ ਸਰਟੀਫਿਕੇਟ ਦੀ ਮੁਹਤਾਜ ਨਹੀਂ। ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਜਿੰਨਾ ਅੰਮ੍ਰਿਤਪਾਲ ਵਾਰਿਸ ਹੈ ਇਸ ਪੰਜਾਬ ਦਾ, ਉਨੀ ਤਾਂ ਮੈਂ ਵੀ ਹਾਂ, ਉਹਨੇ ਤੁਸੀਂ ਵੀ ਹੋ। ਇਹ ਸੈਲਫ ਪ੍ਰੋਕਲੇਮਡ ਵਾਰਿਸ ਪੰਜਾਬ ਦੇ ਦਾ ਵਜੂਦ ਐਡਾ ਵੱਡਾ ਹੋਣ ਦਿੱਤਾ ਗਿਆ, ਇਹਦੇ 'ਚ ਆਪਾਂ ਕਿੱਦਾਂ ਸਰਕਾਰ, ਪੰਜਾਬ ਸਰਕਾਰ ਦੀ ਨਾਕਾਮੀ ਨਾ ਮੰਨੀਏ? ਜਾਂ ਫਿਰ ਉਹੀ ਐਟੀਟਿਊਡ ਹੈ CM ਭਗਵੰਤ ਮਾਨ ਦਾ ਜਿਹੜਾ ਇਸ ਵੇਲੇ ਹੈ ਕਿ ਉਸ ਸਵਾਲ ਨੂੰ ਵੀ ਐਡਰੈਸ ਨਹੀਂ ਕਰਨਾ ਚਾਹ ਰਹੇ ਹੈ? ਬਿਲਕੁਲ ਸਹੀ ਗੱਲ ਹੈ। ਜੋ ਪਟਿਆਲਾ ਇਨਸੀਡੈਂਟ ਹੋਇਆ ਉਹਦੇ ਵਿੱਚ ਵੀ ਇਹੀ ਚੀਜ਼ ਸਾਹਮਣੇ ਆਈ ਸੀ ਕਿ ਜਦੋਂ ਕੱਟ ਹੋ ਰਿਹਾ ਸੀਗਾ, ਸਵੇਰ ਤੋਂ ਦੁਪਹਿਰ ਤੱਕ ਕੱਟ ਹੁੰਦਾ ਰਿਹਾ, ਪਰ ਉਹ ਰੋਕਿਆ ਹੀ ਨਹੀਂ ਗਿਆ। ਜਦਕਿ ਘਰੇ ਹੀ ਅਗਰ ਨਜ਼ਰਬੰਦ ਕਰ ਲਿੱਤਾ ਜਾਂਦਾ, ਹਾਊਸ ਅਰੈਸਟ ਕਰ ਦਿੱਤਾ ਜਾਂਦਾ ਤਾਂ ਉਹ ਵਾਰਦਾਤ ਨਾ ਹੁੰਦੀ। ਉਹੀ ਚੀਜ਼ ਇੱਥੇ ਵੀ ਲਾਗੂ ਹੁੰਦੀ ਹੈ। ਜਦੋਂ ਸਵੇਰੇ ਲੋਕ ਇਕੱਠੇ ਹੋ ਰਹੇ ਸੀਗੇ, ਇੰਟੈਲੀਜੈਂਸ ਤੇ ਪੰਜਾਬ ਪੁਲਿਸ, ਤੁਸੀਂ ਬਾਰ-ਬਾਰ ਨਾਕਾਮੀ ਗੱਲ ਕਰ ਰਹੇ ਹੋ, ਇਹਨੂੰ ਤਾਂ ਨਾਕਾਮੀ ਕਹਿ ਹੀ ਸਕਦੇ ਹਾਂ ਆਪਾਂ ਪੁਲਿਸ ਦੀ, ਕਿ ਜਦੋਂ ਲੋਕ ਇਕੱਠੇ ਹੋ ਰਹੇ ਸੀਗੇ ਤਾਂ ਉਸੇ ਟਾਈਮ ਕਿਉਂ ਨਹੀਂ ਇਹ ਵਾਰਦਾਤ ਰੋਕ ਦਿੱਤੀ ਗਈ? ਪਾਲਕੀ ਸਾਹਿਬ ਆਈ ਹੋਊਗੀ, ਗੁਰੂ ਗ੍ਰੰਥ ਸਾਹਿਬ ਆਇਆ ਹੋਊਗਾ, ਉੱਥੇ IB ਵੀ ਹੋਊਗਾ, ਇੰਟੈਲੀਜੈਂਸ ਦੇ ਬੰਦੇ ਵੀ ਹੋਣਗੇ, ਪੁਲਿਸ ਦੇ ਬੰਦੇ ਵੀ ਹੋਣਗੇ, ਤੇ ਕਿਸੇ ਨੇ ਇਹਨੂੰ ਨੋਟਿਸ ਹੀ ਨਹੀਂ ਕੀਤਾ ਕਿ ਇਹਨੂੰ ਰੋਕਿਆ ਜਾਏ ਜਾਂ ਰੋਕਿਆ ਜਾ ਸਕਦਾ। ਕੁਝ ਵੀ ਕਰ ਸਕਦੇ ਸੀਗੇ ਰੋਕਣ ਲਈ। ਅੱਛਾ, ਇੱਕ ਹੋਰ ਜਿਹੜਾ ਸਵਾਲ ਵਾਰਿਸ ਤੇ ਫਿਰ ਆਨੀ ਆ, ਜਿਹੜਾ ਵੀ ਕੋਈ ਆਪਣੇ ਆਪ ਨੂੰ ਸਟਰੋਂਗ ਕਰਦਾ ਹੈ ਜਾਂ ਜਿੱਦਾਂ ਡੈਮੋਕ੍ਰੇਸੀ 'ਚ ਜਿਹੜਾ ਜਿੱਤ ਕੇ ਆਉਂਦਾ ਹੈ, ਉਹ ਜੇ ਉਹਨੂੰ 20% ਵੀ ਵੋਟਾਂ ਮਿਲੀਆਂ ਹੋਣ ਤੇ ਉਹ ਪੂਰੀ ਕੌਮ ਦਾ ਨਾਮ ਗਿਣਾਉਂਦਾ ਹੈ ਕਿ ਮੈਨੂੰ ਸਾਰੀ ਕੌਮ ਨੇ ਵੋਟ ਦਿੱਤੀ ਹੈ। ਭਾਵੇਂ ਉਹ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਸਪੀਚਸ ਸੁਣ ਲਓ ਜਾਂ CM ਭਗਵੰਤ ਮਾਨ ਦੀ, ਜਦੋਂ ਉਹ ਕਹਿੰਦੇ ਆ ਕਿ ਮੈਂ ਜਿੱਤਿਆ ਤੇ ਉਹ ਇਹ ਨਹੀਂ ਕਹਿੰਦੇ ਕਿ ਮੈਨੂੰ 19% ਵੋਟ ਪਏ ਸੀ ਜਾਂ ਮੈਨੂੰ 22% ਪਏ ਸੀ। ਉਹ ਕਹਿੰਦੇ ਆ ਕਿ ਮੈਨੂੰ 140 ਕਰੋੜ ਪੀਪਲ ਵੋਟਡ ਫॉर मी, which is like logically impossible because ਵੋਟਰ ਹੀ ਸਾਡੇ 100% ਪੋਪੂਲੇਸ਼ਨ ਤੋਂ ਨਹੀਂ ਵੋਟਰ ਹੈ।
ਸੀਐਮ ਵੀ ਕਹਿੰਦੇ ਪੀਐਮ ਵੀ ਕਹਿੰਦੇ, ਇਹ ਤੇ ਇੱਕ ਕੈਜੂਅਲ ਡਿਸਕਸ਼ਨ ਹੈ ਨਾ ਉਹਨਾਂ ਦੀ ਕਿ ਉਹ ਕੈਜੂਅਲੀ ਥਰੋ ਕਰ ਦਿੰਦੇ ਆ। ਐਦਾਂ ਹੀ ਹੁਣ ਅੰਮ੍ਰਿਤਪਾਲ ਕਰ ਰਿਹਾ ਸਾਰੇ ਪੰਜਾਬੀਆਂ ਦੇ ਨਾਲ। ਮੈਂ ਤਾਂ ਨਹੀਂ ਝੰਡਾ ਫੜਾਇਆ, ਤੁਸੀਂ ਫੜਾਇਆ ਹੋਏ ਤਾਂ ਦੱਸਿਓ। ਇਹ ਕਿਨੇ ਝੰਡਾ ਫੜਾਤਾ ਹੈ ਕਿ ਮੇਰੇ ਹੱਕਾਂ ਦੀ ਲੜਾਈ ਕਰੋ? ਨਾਲੇ ਮੇਰੇ ਕਿਹੜੇ ਹੱਕ ਨੇ ਜਿਹੜੇ ਦਫਨ ਹੋ ਰਹੇ ਨੇ, ਜਿਹਦੇ ਲਈ ਜਿਹੜੀਆਂ ਜ਼ੰਜੀਰਾਂ ਦੀ ਵੀ ਗੱਲ ਕਰ ਰਿਹਾ ਸੀ ਕੱਲ ਤੂਫਾਨ ਜਦੋਂ ਬਾਹਰ ਆਇਆ ਕੈਦ ਚੋਂ ਕਿ ਮੈਂ ਜ਼ੰਜੀਰਾਂ ਤੋੜਨੀਆਂ ਨੇ। ਮੈਨੂੰ ਇਹ ਪੰਜਾਬੀਆਂ ਨੂੰ ਸਮਝਾਓ ਕਿ ਕਿਹੜੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਵਾਰਿਸ ਪੰਜਾਬ ਦੇ ਆਰਗੇਨਾਈਜੇਸ਼ਨ ਦੇ ਮੋਹਤਵਾਰ ਗੱਲ ਕਰ ਰਹੇ ਨੇ। ਤੁਹਾਡੀ ਗੱਲ ਤੋਂ ਇੱਕ ਬੜੀ ਵਧੀਆ ਗੱਲ 2 ਦਿਨ ਤੋਂ ਮੇਰੇ ਦਿਮਾਗ 'ਚ ਘੁੰਮ ਰਹੀ ਹੈ। ਜਿਹੜੇ ਵੀ ਬੰਦੀ ਸਿੱਖ ਹੁਣ ਬਾਹਰ ਆ ਰਹੇ ਨੇ, ਉਹ ਬਾਹਰ ਆ ਕੇ ਇਹੀ ਕਹਿ ਰਹੇ ਨੇ ਕਿ ਹੁਣ ਦੌਰ ਬਦਲ ਗਿਆ, ਹੁਣ ਐਜੂਕੇਸ਼ਨ ਦਾ ਦੌਰ ਆ ਗਿਆ, ਸਿੱਖਿਆ ਦਾ ਦੌਰ ਆ ਗਿਆ। ਬੱਚਿਆਂ ਨੂੰ ਪੜ੍ਹਾਓ ਤੇ ਬੱਚਿਓ ਪੜ੍ਹੋ ਤੇ ਇਹਨਾਂ ਚੀਜ਼ਾਂ ਵੱਲ ਨਾ ਜਾਓ। ਇਹ ਖੁਦ ਬੰਦੀ ਸਿੱਖ ਕਹਿ ਰਹੇ ਨੇ ਜਿਨ੍ਹਾਂ ਵਾਸਤੇ ਧਰਨਾ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਵਾਸਤੇ ਅੰਮ੍ਰਿਤਪਾਲ ਵੀ ਸਟੈਂਡ ਲੈ ਰਿਹਾ, ਜਿਨ੍ਹਾਂ ਵਾਸਤੇ ਧਰਨੇ ਲਾਏ ਜਾ ਰਹੇ ਨੇ, ਐਜੀਟੇਸ਼ਨ ਕੀਤੇ ਜਾ ਰਹੇ ਨੇ। ਤਾਂ ਪੰਜਾਬ ਹੁਣ ਪੜ੍ਹਿਆ ਲਿਖਿਆ ਪੰਜਾਬ ਹੈ। ਪੰਜਾਬ ਨੂੰ ਖਾਲਿਸਤਾਨ ਦੀ ਲੋੜ ਨਹੀਂ ਹੈ, ਪੰਜਾਬ ਨੂੰ ਐਸੇ ਐਜੀਟੇਸ਼ਨਸ ਦੀ ਲੋੜ ਨਹੀਂ ਹੈ, ਤੇ ਨਾ ਹੀ ਪੰਜਾਬ ਨੂੰ ਇਹੋ ਜਿਹੇ ਵਾਰਸਾਂ ਦੀ ਲੋੜ ਹੈ। ਮੈਂ ਵਾਰਸ ਹਾਂ ਆਪਣੇ ਖਾਨਦਾਨ ਦਾ, ਮੈਂ ਆਪਣਾ ਖੁਦ ਦਾ ਵਾਰਸ ਹਾਂ। ਪੰਜਾਬ ਦਾ ਵਾਰਸ ਮੈਂ ਖੁਦ ਹਾਂ। ਤੁਸੀਂ ਪਹਿਲੇ ਕਿਹਾ ਮੈਂ ਵੀ ਵਾਰਸ ਹੈ ਪੰਜਾਬ ਦੀ, ਆਪਾਂ ਸਾਰੇ ਵਾਰਸ ਹੈ ਪੰਜਾਬ ਦੇ। ਆਪਾਂ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਆਪਣੇ ਆਪਣੇ ਕੰਮਾਂ 'ਚ ਕਰਕੇ ਪੰਜਾਬ ਨੂੰ ਖੜਾ ਕਰ ਰਹੇ ਹਾਂ, ਪੰਜਾਬ ਦੀ ਇਕਨੋਮੀ 'ਚ ਕੰਟਰੀਬਿਊਟ ਕਰ ਰਹੇ ਹਾਂ, ਪੰਜਾਬੀਅਤ 'ਚ ਕੰਟਰੀਬਿਊਟ ਕਰ ਰਹੇ ਹਾਂ। ਇਹਦੇ ਵਿੱਚ ਕਿਸੇ ਹੋਰ ਵਾਰਸ ਦੀ ਲੋੜ ਨਹੀਂ ਹੈ ਜਿਹੜਾ ਇਹ ਕਰੇ ਜੋ ਹੋਇਆ ਪੰਜਾਬ 'ਚ। ਅੱਛਾ, ਮੈਂ ਅੱਜ ਆਂਦੇ ਹੋਏ ਇੱਥੇ ਪਹੁੰਚਣ ਲੱਗਿਆ ਸਟੂਡੀਓ 'ਚ ਗੱਲ ਕਰ ਰਹੀ ਸੀ। ਇੱਕ ਡਰਾਈਵਰ ਮੈਨੂੰ ਮਿਲਿਆ ਰਸਤੇ 'ਚ ਤੇ ਮੈਂ ਉਹਨਾਂ ਨੂੰ ਪੁੱਛ ਰਹੀ ਸੀਗੀ ਕਿ ਤੁਹਾਨੂੰ ਪਤਾ ਹੈ ਅੰਮ੍ਰਿਤਪਾਲ ਕੌਣ ਹੈ? ਕਹਿੰਦੇ ਹਾਂ ਪਤਾ ਹੈ। ਮੈਂ ਕਿਹਾ ਉਹ ਕੀ ਕਰਦੇ ਆ ਜਾਂ ਕੀ ਕਹਿੰਦੇ, ਉਹਨਾਂ ਦੀ ਵਿਚਾਰਧਾਰਾ ਪਤਾ ਹੈ? ਤੇ ਉਹ ਕਹਿਣ ਲੱਗਾ ਕਿ ਨਹੀਂ, ਮੈਂ ਉਹਨਾਂ ਨੂੰ ਕਦੀ ਸੁਣਿਆ ਨਹੀਂ। ਇਸ ਉੜਦੇ ਜਵਾਬ ਨੇ ਮੈਨੂੰ ਸਵਾਲ ਮੇਰੇ ਦਿਮਾਗ 'ਚ ਪੈਦਾ ਕਰ ਦਿੱਤਾ ਕਿ ਕੀ ਵਰਕਿੰਗ ਕਲਾਸ ਮੁੰਡਿਆਂ 'ਚ, ਨੌਜਵਾਨਾਂ ਕੋਲ ਇੰਨਾ ਸਮਾਂ, ਇੰਨੀ ਫੁਰਸਤ ਹੋ ਸਕਦੀ ਹੈ ਕਿ ਕਿਸੇ ਇੱਕ ਸ਼ਖਸ ਦੇ ਜਿਹੜਾ 5 ਮਹੀਨੇ ਹੋਏ ਜਿਹਨੂੰ ਇੰਡੀਆ ਵਾਪਸ ਆਏ ਨੂੰ, ਪੰਜਾਬ ਆਏ ਨੂੰ, ਜਿਹਨੂੰ ਆਂਦੇ ਪਲੇਟ 'ਚ ਪਾ ਕੇ ਇੱਕ ਆਰਗੇਨਾਈਜੇਸ਼ਨ ਦੇ ਦਿੱਤੀ ਗਈ ਹੈ ਤੇ ਅੱਗੇ ਖੜਾ ਕਰ ਦਿੱਤਾ ਗਿਆ ਹੈ, ਉਹਦੇ ਪਿੱਛੇ ਲੱਗ ਜਾਣ ਨੂੰ ਇਹ ਕਿਹੜੇ ਯੂਥ ਨੇ ਜਿਹੜੇ ਮੋਬਿਲਾਈਜ਼ ਹੋ ਰਹੇ ਨੇ? ਇਹ ਕੌਣ ਲੋਕ ਨੇ? ਰੈਡੀਕਲਸ ਉਹੀ ਨੇ, ਹੋਰ ਕੌਣ ਨੇ? ਜਿਹੜਾ ਨੌਕਰੀ ਕਰਦਾ ਹੈ ਉਹਦੇ ਕੋਲ ਨਹੀਂ ਟਾਈਮ ਇਹਨਾਂ ਚੀਜ਼ਾਂ ਦਾ, ਉਹ ਨਹੀਂ ਗਿਆ ਉੱਥੇ ਅਜਨਾਲੇ ਪੁਲਿਸ ਸਟੇਸ਼ਨ ਤੇ ਕਬਜ਼ਾ ਕਰਨ, ਉਹ ਨਹੀਂ ਗਿਆ। ਜਿਹੜੇ ਗਏ ਨੇ ਉਹ ਅੰਮ੍ਰਿਤਪਾਲ ਵਰਗੇ ਹੀ ਨੇ ਜਿਹੜੇ ਉੱਥੇ ਗਏ ਨੇ। ਕਿਤੇ ਇਦਾਂ ਤਾਂ ਨਹੀਂ ਕਿ ਐਡੀ ਗੱਲ ਨਹੀਂ ਹੈ ਜਿੰਨੀ ਸਾਰੇ ਬਣਾ ਕੇ ਬਹਿ ਗਏ ਨੇ। ਔਰ ਇਹ ਸ਼ਾਇਦ ਸੀਐਮ ਭਗਵੰਤ ਮਾਨ ਵੀ ਸੋਚ ਰਹੇ ਨੇ ਕਿ ਇਸ ਗੱਲ ਨੂੰ ਜ਼ਿਆਦਾ ਤੂਲ ਹੀ ਨਾ ਦਿਓ। ਬਟ ਕਮਿੰਗ ਟੂ ਅਨਦਰ ਕੁਐਸਚਨ, ਮਾਨ ਸਾਹਿਬ ਲਈ ਕਿਤੇ ਇਦਾਂ ਦੀ ਸਿਚੁਏਸ਼ਨ ਤੇ ਨਹੀਂ ਅੱਗੇ, ਮਾਨ ਸਾਹਿਬ ਐਜ਼ ਇਨ ਪੰਜਾਬ ਪੁਲਿਸ ਸਰਕਾਰ, ਇਦਾਂ ਦੀ ਸਿਚੁਏਸ਼ਨ ਤੇ ਨਹੀਂ ਹੋ ਜਾਏਗੀ ਕਿ ਜਿੰਦ ਕੱਲੀ ਤੇ ਮੁਲਾਜ਼ੇਦਾਰ ਬਾਲੇ ਕਿਹਦਾ ਮਾਣ ਰੱਖ ਲਾਂ ਕਿ ਹੁਣ ਹਰ ਕੋਈ ਕਹੇਗਾ ਕਿ ਦਿਸ ਇਜ਼ ਦ ਵੇ ਫਾਰਵਰਡ? ਜਿੱਦਾਂ ਅੰਮ੍ਰਿਤਪਾਲ ਨੇ ਕੀਤਾ ਮੈਂ ਵੀ ਉਦਾਂ ਹੀ ਕਰਦਾ। ਆਪ ਬੰਦੀ ਵੀ ਕਹਿਣਗੇ ਕਿ ਸਾਨੂੰ ਛੁਡਾਉਣ ਲਈ ਇਹੀ ਮੋਡਸ ਆਪਰੈਂਡੀ ਅਪਣਾਓ। ਇਹੀ ਡਰ ਹੈ ਹੁਣ ਪੰਜਾਬ ਲਈ ਸਭ ਤੋਂ ਵੱਡਾ। ਇਹ ਸਾਨੂੰ ਸਾਰਿਆਂ ਨੂੰ ਤਾਂ ਡਰ ਲੱਗ ਰਿਹਾ, ਪਰ ਸੀਐਮ ਸਾਹਿਬ ਨੂੰ ਤੇ ਡਰ ਨਹੀਂ ਲੱਗ ਰਿਹਾ। ਉਹ ਤੇ ਕੰਨੀ ਕੱਟ ਰਹਿੰਦੇ ਆ ਜਦੋਂ ਇਦਾਂ ਦਾ ਸਵਾਲ ਉਹਨਾਂ ਨੂੰ ਕੋਈ ਪੁੱਛਦਾ, ਜਾਂ ਉਹ ਇਸ ਸਿਚੁਏਸ਼ਨ ਨੂੰ ਫੇਸ ਕਰਨ ਤੋਂ ਡਰ ਰਹੇ ਨੇ, ਜਾਂ ਉਹਨਾਂ ਦੇ ਜ਼ਿਹਨ 'ਚ ਕੁਝ ਹੋਰ ਪਲੈਨਿੰਗ ਚੱਲ ਰਹੀ ਹੈ। ਆਊਗੀ ਸਾਹਮਣੇ, ਮੈਨੂੰ ਲੱਗਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ। ਸਰਕਾਰ ਵਾਸਤੇ ਚੁੱਪ ਬਹਿਣਾ ਹੁਣ ਠੀਕ ਨਹੀਂ ਹੈਗਾ। ਡੀਜੀਪੀ ਦੀਆਂ ਵੀ ਸਟੇਟਮੈਂਟਸ ਆਈਆਂ ਨੇ ਅੱਜ ਕਿ ਅਸੀਂ ਫੜਾਂਗੇ, ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਅਸੀਂ ਤਾਂ ਬੇਅਦਬੀ ਰੋਕੀ ਹੈ ਪਰ ਅਸੀਂ ਸਜ਼ਾ ਜ਼ਰੂਰ ਦੇਵਾਂਗੇ। ਤਾਂ ਆਉਣ ਵਾਲੇ ਦਿਨਾਂ ਸਾਹਮਣੇ ਆਊਗਾ ਕੁਝ। ਤਾਂ ਹੀ ਅੰਮ੍ਰਿਤਪਾਲ ਨੇ ਸਟੇਟਮੈਂਟ ਦਿੱਤੀ ਕਿ ਨਹੀਂ ਕੁਝ ਹੋਰ ਨਾ ਕਰੋ, ਅਸੀਂ ਕਿਹੜਾ ਦੁਬਾਰਾ ਕੁਝ ਕਰ ਰਹੇ ਹਾਂ, ਅਸੀਂ ਇੱਕ ਵਾਰ ਕਰਤਾ, ਅਸੀਂ ਨਹੀਂ ਕਰਾਂਗੇ, ਪਰ ਜੇ ਤੁਸੀਂ ਕਰੋਗੇ ਫਿਰ ਸਾਨੂੰ ਵੀ ਕਰਨਾ ਪਊਗਾ। ਮਤਲਬ ਜਿਸ ਲਹਿਜੇ ਵਿੱਚ ਉਹ ਡੀਜੀਪੀ ਪੰਜਾਬ ਨੂੰ ਸਮਝਾ ਰਹੇ ਸੀ ਅੰਮ੍ਰਿਤਪਾਲ, ਉਹ ਆਪਣੇ ਆਪ 'ਚ ਬਹੁਤ ਡਰਾਵਨਾ ਸੀਗਾ, ਇੱਕ ਬੜਾ ਗਲਤ ਐਗਜ਼ਾਮਪਲ ਸੈੱਟ ਕਰਨ ਵਾਲਾ ਸੀਗਾ ਕਿ ਇਹਨੂੰ ਡਰਾਵਨਾ ਸੀਗਾ ਜਾਂ ਆਪ ਡਰ ਕੇ ਇਹ ਸਟੇਟਮੈਂਟ ਦੇ ਰਹੇ ਸੀ ਕਿ ਕੁਝ ਨਹੀਂ ਕਹਿ ਸਕਦੇ। ਮਤਲਬ ਕੋਸ਼ਿਸ਼ ਇਹੀ ਸੀਗੀ ਪੋਰਟਰੇ ਪ੍ਰੋਜੈਕਸ਼ਨ ਦੀ, ਕਿਉਂਕਿ ਹੀ ਇਜ਼ ਅ ਵੈਰੀ ਗੁੱਡ ਓਰੇਟਰ, ਬੋਲਣਾ ਜਿਹਨੂੰ ਆਉਂਦਾ ਹੈ। ਅੱਛਾ, ਇਹਦੇ ਬਾਰੇ 'ਚ ਵੀ ਆਪਾਂ ਲੰਬੀ ਚਰਚਾ ਹੈ ਕਦੇ ਫਿਰ ਕਰਾਂਗੇ, ਪਰ ਫਿਲਹਾਲ ਮੈਂ ਵਾਪਸ ਇੱਥੇ ਆਨੀ ਆ ਕਿ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਦੀ ਜਿਹੜੀ ਚੁੱਪੀ ਹੈ ਜਾਂ ਇਹਦੇ ਤੋਂ ਉਹਨਾਂ ਨੇ ਜਿਹੜਾ ਝਾੜਿਆ ਹੋਇਆ ਪੱਲਾ ਫਿਲਹਾਲ ਜਾਂ ਮੂੰਹ ਪਰਾਂ ਨੂੰ ਕਰ ਰਹੇ ਨੇ ਇਸ ਮੁੱਦੇ ਤੋਂ, ਕਿਤੇ ਇਦਾਂ ਤੇ ਨਹੀਂ ਕਿ ਆਪਣੇ ਜਿਹੜੀ ਕੁਰਸੀ ਨੂੰ ਬਚਾਉਣ ਲਈ ਅੰਦਰੋਂ ਅੰਦਰ ਵਕਤ ਪਿਆ ਹੋਇਆ ਹੈ, ਇਸ ਕਰਕੇ ਉਹ ਇਸ ਸਵਾਲ ਨੂੰ ਐਡਰੈਸ ਹੀ ਨਹੀਂ ਕਰ ਪਾ ਰਹੇ? ਕਿਉਂ ਮੈਂ ਇਹ ਗੱਲ ਕਹਿ ਰਹੀ ਹਾਂ? ਕਿਉਂਕਿ ਲੌਨਲੈਸਨੈਸ ਜੇ ਹੋ ਜਾਂਦੀ ਉਸ ਗੱਲ ਨੂੰ, ਜੇ ਉੱਥੇ ਸਨੋਬਾਲ ਹੋ ਕੇ ਵੱਡੀ ਹੋ ਜਾਂਦੀ, ਪੁਲਿਸ ਦੇ ਜਿਹੜਾ ਥਾਣੇ ਤੇ ਹੋਇਆ ਸੀ ਹਮਲਾ ਤੇ ਬੇਅਦਬੀ ਹੋ ਜਾਂਦੀ, ਗਾਂ ਨੂੰ ਸਨੋਬਾਲ ਹੋ ਕੇ ਇਸ ਹਾਲਾਤ ਤੱਕ ਪਹੁੰਚ ਸਕਦੇ ਸੀਗੇ ਕਿ ਰਾਈਟ ਅਵੇ ਗਵਰਨਰ ਰੂਲ ਲਗਾ ਦਿੱਤਾ ਜਾਂਦਾ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ। ਬਟ ਐਦਾਂ ਨਹੀਂ ਹੋਇਆ। ਤਦ ਵੀ ਆਪੋਜੀਸ਼ਨ ਤੇ ਬਹੁਤ ਸਾਰੀਆਂ ਪਾਰਟੀਆਂ ਇਹ ਮੰਗ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਗਵਰਨਰ ਰੂਲ ਲਾ ਦਿੱਤਾ ਜਾਵੇ। ਸੋ ਸੀਐਮ ਕਿਤੇ ਆਪਣੀ ਕੁਰਸੀ ਦੀ ਫਿਕਰਾਂ 'ਚ ਤਾਂ ਨਹੀਂ ਪਏ ਹੋਏ ਇਸ ਵੇਲੇ?
ਕਹਿ ਸਕਦੇ ਹਾਂ ਜੋ ਮਾਹੌਲ ਹੁਣ ਚੱਲ ਰਿਹਾ ਹੈ, ਅੱਜ ਤੱਕ ਪੰਜਾਬ ਦੇ ਵਿੱਚ ਸੀਐਮ ਦੇ ਗਵਰਨਰ ਨਾਲ ਕਦੀ ਰਿਸ਼ਤੇ ਅੰਨੇ ਖਰਾਬ ਨਹੀਂ ਹੋਏ ਜੋ ਇਸ ਸਰਕਾਰ ਦੇ ਹੋਏ ਨੇ, ਨੰਬਰ 1। ਨੰਬਰ 2, ਸੀਐਮ ਸਾਹਿਬ ਨੇ ਗਵਰਨਰ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਸ ਹੱਕ ਦੇ ਨਾਤੇ ਰੋਕ ਰਹੇ ਹੋ ਜਾਂ ਤੁਸੀਂ ਮੈਨੂੰ ਕਿਸ ਕਾਨੂੰਨ ਦੇ ਅਧੀਨ ਚੀਜ਼ਾਂ ਕਰਨ ਤੋਂ ਰੋਕ ਰਹੇ ਹੋ ਜਾਂ ਸਲਾਹਾਂ ਦੇ ਰਹੇ ਹੋ। ਸ਼ਾਇਦ ਉਹ ਭੁੱਲ ਗਏ ਵੀ ਗਵਰਨਰ ਨੇ ਹੀ ਉਹਨਾਂ ਨੂੰ ਮੁੱਖ ਮੰਤਰੀ ਦੀ ਕਸਮ ਚੁਕਵਾਈ ਸੀ। ਤਾਂ ਹੱਕ ਤਾਂ ਗਵਰਨਰ ਦਾ ਵੀ ਹੈ ਤੇ ਜੇ ਲਾਅ ਐਂਡ ਆਰਡਰ ਹੋਰ ਖਰਾਬ ਹੁੰਦਾ ਹੈ ਤਾਂ ਸ਼ਾਇਦ ਪੰਜਾਬ ਤੇ ਪੰਜਾਬੀਅਤ ਲਈ ਗਵਰਨਰ ਰੂਲ ਹੀ ਸਹੀ ਰਹੇ। ਅੱਛਾ, ਇੱਕ ਜੇ ਸੈਂਟਰ ਗਵਰਨਮੈਂਟ ਦੇ ਪਰਸਪੈਕਟਿਵ ਨਾਲ ਦੇਖੀਏ ਪੂਰੇ ਇੰਡੀਆ ਚੋਂ ਕਿਤੇ ਨਾ ਕਿਤੇ ਇਹ ਬੀਜੇਪੀ ਦੇ ਸਮਰਥਕ ਨੇਤਾਵਾਂ ਦੀ ਜਾਂ ਉਹਨਾਂ ਦੇ ਆਰਐਸਐਸ ਵਿੰਗ ਚੋਂ ਆਵਾਜ਼ ਆਉਂਦੀ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਹੁਣ ਆਪਾਂ ਇੱਕ ਹਿੰਦੂ ਰਾਸ਼ਟਰ ਤੇ ਨਹੀਂ ਆ, ਆਪਾਂ ਤੇ ਯੂਨਿਟੀ ਇਨ ਡਾਈਵਰਸਿਟੀ ਨੂੰ ਇੰਜੋਏ ਕਰਦੇ ਆ। ਸਾਡੀ ਡੈਮੋਕ੍ਰੇਸੀ ਕਹਿੰਦੀ ਹੈ ਕਿ ਵੀ ਆਲ ਲਿਵ ਇਨ ਹਾਰਮਨੀ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਭਾਈ। ਹੁਣ ਉਦਾਂ ਦਾ ਹੀ ਇੱਕ ਛੋਟਾ ਸੈਂਪਲ ਸਾਈਜ਼ ਪੰਜਾਬ 'ਚ ਕ੍ਰੀਏਟ ਹੋ ਰਿਹਾ ਕਿ ਸਾਨੂੰ ਸਾਡੇ ਇੱਥੇ ਵਾਰਿਸ ਕਹਿ ਰਹੇ ਨੇ, ਵਾਰਿਸ ਪੰਜਾਬ ਦੇ ਜਿਹੜੇ ਸੋ ਕਾਲਡ ਸੈਲਫ ਪ੍ਰੋਕਲੇਮ ਨੇ, ਉਹ ਕਹਿੰਦੇ ਨੇ ਕਿ ਅਸੀਂ ਖਾਲਿਸਤਾਨ ਹੀ ਚਾਹੁੰਦੇ ਹਾਂ। ਸੋ ਇਹ ਡੈਮੋਕ੍ਰੇਸੀ ਨੂੰ ਅਨਰੈਸਟ ਕਰਨ ਦੀ ਸੋਚੀ ਸਮਝੀ ਰਣਨੀਤੀ ਨਜ਼ਰ ਆ ਰਹੀ ਹੈ ਕਿ ਇਹਦੇ ਪਿੱਛੇ ਰਣਨੀਤੀ ਤਾਂ ਬਣਾਈ ਹੋਈ ਹੈ ਅੰਮ੍ਰਿਤਪਾਲ ਨੇ, ਉਸੇ ਰਣਨੀਤੀ ਤੇ ਤਾਂ ਸਾਰਾ ਕੁਝ ਚੱਲ ਰਿਹਾ ਹੈ। ਅੱਛਾ, ਇਹਦੇ ਤੇ ਠੱਲ ਪਾਉਣ ਲਈ ਕੀ ਤਰੀਕਾ ਹੈ ਫਿਰ? ਇਹ ਇੱਕ ਸ਼ਖਸ ਹੈ ਜਿਹੜਾ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਅਗੇਂਸਟ ਦ ਲਾਅ ਹੈ, ਲੋਕਾਂ ਨੂੰ ਭੜਕਾਣਾ, ਦੇਸ਼ ਦੀ ਅਸ਼ਾਂਤੀ ਨੂੰ ਭੰਗ ਕਰਨਾ, ਇਹ ਸਭ ਅਗੇਂਸਟ ਦ ਲਾਅ ਹੈ, ਕਨਸਟੀਟਿਊਸ਼ਨ ਕਹਿੰਦਾ ਹੈ। ਤੇ ਫਿਰ ਸਾਰੇ ਜਣੇ ਸਪੈਕਟੇਟਰਸ ਵਾਂਗੂ ਹੱਥ 'ਚ ਪੌਪਕੌਰਨ ਲੈ ਕੇ ਮੈਚ ਕਿਉਂ ਦੇਖ ਰਹੇ ਨੇ? ਸਭ ਨੂੰ ਇੰਟਰਵੇਨ ਕਰਨਾ ਪਏਗਾ, ਅਕਾਲ ਤਖਤ ਨੂੰ ਵੀ ਇਹਦੇ ਵਿੱਚ ਆਉਣਾ ਪਏਗਾ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਪਏਗਾ। ਐਸਜੀਪੀਸੀ ਨੂੰ ਵੀ ਇਹਦੇ ਵਿੱਚ ਆਉਣਾ ਪਏਗਾ ਤੇ ਮੇਰੇ ਹਿਸਾਬ ਨਾਲ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ, ਪੋਲੀਟੀਕਲ ਲੀਡਰਸ ਹੈ, ਉਹਨਾਂ ਨੂੰ ਪੋਲੀਟੀਕਲ ਮੋਟਿਵ ਅਸਾਈਡ ਰੱਖ ਕੇ ਇੱਕ ਪਾਸੇ ਕਰਕੇ ਸਭ ਤੋਂ ਪਹਿਲੇ ਪੰਜਾਬ ਤੇ ਪੰਜਾਬੀਅਤ ਦਾ ਸੋਚ ਕੇ ਬਿਆਨ, ਇਨੀਸ਼ੀਏਟਿਵਸ ਤੇ ਐਕਸ਼ਨਸ ਲੈਣੇ ਪੈਣਗੇ, ਨਹੀਂ ਤਾਂ ਪੰਜਾਬ ਬਹੁਤ ਗਲਤ ਪਾਸੇ ਜਾ ਰਿਹਾ ਹੈ। 2023 ਦੀ ਅਸੀਂ ਗੱਲ ਕਰ ਰਹੇ ਹਾਂ ਔਰ ਇਦਾਂ ਦਾ ਭਿਆਨਕ ਮੰਜ਼ਰ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਜੋ ਆਪਣੇ ਆਪ 'ਚ ਲੂ ਕੰਡੇ ਖੜੇ ਕਰ ਦੇਣ ਵਾਲਾ ਸੀਗਾ। ਸਵਾਲ ਇਹਦੇ ਤੇ ਬਹੁਤ ਸਾਰੇ ਨੇ ਪਰ ਮੈਨੂੰ ਲੱਗਦਾ ਹੈ ਕਿ ਅੱਜ ਲਈ ਆਪਾਂ ਇੱਥੇ ਹੀ ਇਹਨੂੰ ਵਿਰਾਮ ਦਈਏ ਕਿਉਂਕਿ ਇਹ ਇੱਕ ਇਦਾਂ ਦੀ ਕਹਾਣੀ ਹੈ, ਇੱਕ ਇਦਾਂ ਦੀ ਇਨਸੀਡੈਂਟ ਹੈ ਜਿਹੜੀ ਚੱਲਦੀ ਰਹਿਣੀ ਹੈ ਹਲੇ, ਕਿਉਂਕਿ ਜਦ ਤੱਕ ਸਰਕਾਰ, ਪੰਜਾਬ ਪੁਲਿਸ ਇਸ ਪੂਰੇ ਸਿਨੈਰੀਓ ਤੇ ਕੰਟਰੋਲ ਨਹੀਂ ਹਾਸਲ ਕਰ ਲੈਂਦੀ, ਜਨਤਾ 'ਚ ਕੌਨਫੀਡੈਂਸ ਨਹੀਂ ਪਾ ਲੈਂਦੀ, ਹਰ ਪੰਜਾਬੀ ਨੂੰ ਵਾਰਿਸ ਹੋਣ ਦਾ ਮਾਣ ਨਹੀਂ ਵਾਪਸ ਦੇ ਦਿੰਦੀ, ਤਦ ਤੱਕ ਇਹ ਫਿਕਰਾਂ ਤੇ ਚਰਚਾਵਾਂ ਚੱਲਦੀਆਂ ਰਹਿਣੀਆਂ। ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਹਰ ਪੰਜਾਬੀ ਨੂੰ ਵਾਰਿਸ ਹੋਣ ਦਾ ਮਾਣ ਮਿਲੇ ਤੇ ਦਿੱਤਾ ਜਾਵੇ, ਸਮਝਿਆ ਵੀ ਜਾਵੇ ਹਰ ਪੰਜਾਬੀ ਨੂੰ ਪੰਜਾਬ ਦਾ ਵਾਰਿਸ, ਫਿਰ ਸ਼ਾਇਦ ਇਹ ਚੀਜ਼ਾਂ ਆਪਣੇ ਆਪ ਰੁਕ ਜਾਣਗੀਆਂ। ਮੈਨੂੰ ਉਹ ਇੱਕ ਗੱਲ ਕਹਿ ਕੇ ਕੰਕਲੂਡ ਕਰਾਂਗੀ ਕਿ ਕੁਝ ਸਾਲ ਪਹਿਲਾਂ, ਕੁਝ 10-12 ਸਾਲ ਪਹਿਲਾਂ ਮੈਂ ਆਪਣੀ ਅੱਖੀਂ ਕੈਨੇਡਾ ਦੇ ਇੱਕ ਗੁਰਦੁਆਰੇ ਵਿੱਚ ਦੇਖਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਖਾਲਿਸਤਾਨ ਜਿੰਦਾਬਾਦ ਦਾ ਪੋਸਟਰ ਲੱਗਾ ਹੋਇਆ ਤੇ ਅਸੀਂ ਹਮੇਸ਼ਾ ਇਹ ਸੁਣਿਆ ਸੀਗਾ ਕਿ ਉਧਰੋਂ ਆਵਾਜ਼ਾਂ ਉੱਠਦੀਆਂ ਨੇ। ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਆ ਕੇ ਕੋਈ ਕਹਿ ਰਿਹਾ ਹੈ ਕਿ ਖਾਲਿਸਤਾਨ ਚਾਹੀਦਾ ਹੈ, ਇੱਕ ਇਹਨੂੰ ਟੈਬੂ ਨਾ ਬਣਾਇਆ ਜਾਏ, ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਡਿਸਕਸ਼ਨ ਲਈ ਪਲੇਟਫਾਰਮ ਤਲਾਸ਼ੋ, ਆਪਣੇ ਆਪ ਲੋਕਾਂ ਨੂੰ ਮੋਬਿਲਾਈਜ਼ ਨਾ ਕਰੋ। ਜੇ ਤੁਹਾਡੀ ਗੱਲ 'ਚ ਇੰਨਾ ਦਮ ਹੈਗਾ ਤੇ ਜਾਓ ਗੱਲ ਕਰੋ ਜਾ ਕੇ, ਜਿਹੜਾ ਨਾਲ ਗੱਲ ਕਰਨੀ ਬਣਦੀ ਹੈ। ਸੜਕਾਂ ਤੇ ਲੋਕਾਂ ਨੂੰ ਕਹਿ ਕੇ ਕਿ ਤੁਹਾਨੂੰ ਅੰਮ੍ਰਿਤ ਛਕਾਣਾ ਹੈ, ਤੁਹਾਨੂੰ ਡਰੱਗਸ ਤੋਂ ਦੂਰ ਖੜਨਾ ਹੈ, ਇਹ ਕਹਿ ਕੇ ਕਿਸੇ ਹੋਰ ਹੀ ਪਾਸੇ ਨੂੰ ਇਨਸਟੀਗੇਟ ਕਰਕੇ ਵੈਪਨਾਈਜ਼ ਹਥਿਆਰ ਬਣਾਇਆ ਜਾ ਰਿਹਾ ਹੈ, ਲੋਕਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਪੰਜਾਬ ਲਈ ਬੇहद ਖਤਰਨਾਕ ਹੈ। ਸੋਚ ਸਮਝ ਕੇ ਕੋਈ ਵੀ ਫੈਸਲਾ ਆਪਣੇ ਲਈ ਲੈਣਾ ਚਾਹੀਦਾ ਹੈ। ਕਿਸੇ ਦੇ ਕਹਿਣ ਤੇ ਇਦਾਂ ਤੁਰ ਪਈਏ ਤੇ ਫਿਰ ਗੱਲ ਹੀ ਕੀ ਰਹਿ ਗਈ। ਆਪਣਾ ਦਿਮਾਗ ਦਾ ਇਸਤੇਮਾਲ ਇੱਥੇ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਜਾਂਦੇ ਜਾਂਦੇ ਇੱਕ ਸਬਜੈਕਟ ਹੋਰ ਤੁਹਾਡੇ ਨਾਲ ਛੇੜਦੀ ਚੱਲਾਂ। ਸੁਖਬੀਰ ਬਾਦਲ ਇੱਕ ਨਵੇਂ ਤਰ੍ਹਾਂ ਦੇ ਚੱਕਰਵਿਊਹ 'ਚ ਫਸਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਉਹਨਾਂ ਦੇ ਬਾਰੇ 'ਚ ਲੋਕੀ ਇਹ ਕਹਿ ਰਹੇ ਨੇ ਇਸ ਵੇਲੇ ਕਿ ਜੋ ਕੀਤਾ ਹੈ ਉਹ ਅੱਗੇ ਆ ਰਿਹਾ। ਕੀ ਕਹੋਗੇ ਇਹਦੇ ਤੇ? ਇਸ ਚੀਜ਼ ਦੇ ਕਈ ਮਤਲਬ ਨਿਕਲਦੇ ਨੇ, ਜਿਵੇਂ ਕਿ ਮੈਂ ਪਹਿਲੇ ਵੀ ਕਿਹਾ ਕਿ ਤੀਜੀ ਸਰਕਾਰ ਹੈ ਜਿਹਨੇ ਚਲਾਨ ਪੇਸ਼ ਕੀਤਾ, ਦੋ ਸਰਕਾਰਾਂ ਨੇ ਨਹੀਂ ਕੀਤਾ। ਹੁਣ ਅੰਨਾ ਜ਼ਿਆਦਾ ਸਮਾਂ ਬੀਤ ਚੁੱਕਿਆ, ਚੀਜ਼ਾਂ ਨੂੰ ਅੰਨਾ ਜ਼ਿਆਦਾ ਘੁਮਾ ਫਿਰਾ ਕੇ ਚਲਾਨ ਦੇ ਵਿੱਚ ਪੇਸ਼ ਕੀਤਾ ਹੋਇਆ। ਮੇਰੇ ਹਿਸਾਬ ਨਾਲ ਸੁਖਬੀਰ ਬਾਦਲ ਜਾਂ ਕਿਸੇ ਵੀ ਬੰਦੇ ਨੂੰ ਇਹ ਚਲਾਨ ਪੇਸ਼ ਹੋਣ ਤੋਂ ਬਾਅਦ ਕੋਈ ਖਤਰਾ ਨਹੀਂ ਹੈ। ਪਰ ਹਾਂ, ਫਰੀਦਕੋਟ ਦੇ ਵਿੱਚ ਹੁਣ ਕੋਰਟ ਹੈ ਜਿਹੜਾ, ਉੱਥੇ ਜ਼ਰੂਰ ਮੇਲਾ ਲੱਗਿਆ ਕਰੂਗਾ। ਬਾਦਲ ਸਾਹਿਬ ਜਾਇਆ ਕਰਨਗੇ, ਵੱਡੇ ਛੋਟੇ ਜਾਇਆ ਕਰਨਗੇ, ਸਾਰੇ ਵੱਡੇ ਪੁਲਿਸ ਅਫਸਰ ਵੀ ਜਾਣਗੇ, ਤਾਂ ਉੱਥੇ ਹੁਣ ਮੇਲਾ ਲੱਗੂਗਾ। ਪਰ ਇਹ ਰਿਪੋਰਟ ਫਾਈਲ ਹੋਣ ਨਾਲ ਮੈਨੂੰ ਨਹੀਂ ਲੱਗਦਾ ਲਾਅ ਐਜ਼ ਪਰ ਲੀਗਲ ਪਰਵਿਊ ਜਿਹਨੂੰ ਕਹੀਏ, ਲੀਗਲੀ ਇਹਨਾਂ ਨੂੰ ਕੋਈ ਖਤਰਾ ਹੈ। ਹਾਂ, ਪੋਲੀਟੀਕਲੀ
ਫੇਰ ਢਾਹ ਲੱਗੀ ਹੈ ਅਕਾਲੀ ਦਲ ਨੂੰ, ਲੀਗਲੀ ਕੋਈ ਖਤਰਾ ਨਹੀਂ ਹੈ, ਪੋਲੀਟੀਕਲੀ ਢਾਹ ਲੱਗ ਗਈ। ਤੇ ਜੇ ਗੱਲ ਕਰੀਏ ਰਿਲੀਜੀਅਸਲੀ ਕਿ ਹਾਂ ਰਿਲੀਜੀਅਸਲੀ ਇਸ ਚੀਜ਼ ਦਾ ਕੀ ਫਾਇਦਾ ਹੈ, ਤਾਂ ਲੋਕ ਖੁਸ਼ ਹੈ ਕਿ ਚਲੋ ਕਿਸੇ ਸਰਕਾਰ ਨੇ ਤਾਂ ਚਲਾਨ ਪੇਸ਼ ਕੀਤਾ, ਕਿਸੇ ਸਰਕਾਰ ਨੇ ਤਾਂ ਇਨੀਸ਼ੀਏਟਿਵ ਲਿੱਤਾ ਕਿ ਦੱਸਿਆ ਕਿ ਕਿਹਨੇ ਇਹ ਸਾਰੀ ਚੀਜ਼ਾਂ ਕੀਤੀਆਂ, ਕਿਵੇਂ ਹੋਈਆਂ, ਜੋ ਉਹਦੇ ਰਿਪੋਰਟ ਦੇ ਵਿੱਚ ਮੈਂਸ਼ਨ ਹੈ। ਅੱਛਾ, ਇੱਕ ਹੋਰ ਛੋਟਾ ਜਿਹਾ ਸਵਾਲ ਇਹਦੇ ਤੋਂ ਉੱਠਦਾ ਹੈ। ਮੈਂ ਸੁਖਬੀਰ ਬਾਦਲ ਦੀ ਸਟੇਟਮੈਂਟ ਸੁਣ ਰਹੀ ਸੀ, ਉਹ ਕਹਿੰਦੇ ਨੇ ਕਿ ਪੋਲੀਟੀਕਲ ਵੈਂਡੇਟਾ ਹੈ, ਪੋਲੀਟੀਕਲ ਮੇਰੇ ਤੇ ਹਮਲਾ ਕੀਤਾ ਜਾ ਰਿਹਾ ਹੈ, ਇਹ ਬਦਲੇ ਦੀ ਕਾਰਵਾਈ ਹੈ। ਮਤਲਬ ਕਦੋਂ ਤੱਕ ਪੋਲੀਟੀਸ਼ੀਅਨਸ ਇੱਕ ਦੂਜੇ ਨੂੰ ਇਹੀ ਕਹਿ ਕੇ ਬਚਦੇ ਰਹਿਣਗੇ, ਇਫ ਯੂ ਆਰ ਕਲੀਨ ਯੂ ਵਿਲ ਕਮ ਆਊਟ ਕਲੀਨ। ਜੀ ਸੁਣਨ ਚ ਆਇਆ ਵੀ ਬਾਦਲ ਸਾਹਿਬ ਕਹਿੰਦੇ ਆ ਮੈਂ ਤਾਂ ਉਦੋਂ ਇੱਥੇ ਸੀਗਾ ਹੀ ਨਹੀਂ, ਪਰ SIT ਨੇ ਘੁਮਾ ਫਿਰਾ ਕੇ ਕੰਨ ਇੱਧਰੋਂ ਨਹੀਂ ਤਾਂ ਉੱਧਰੋਂ ਫੜ ਲਿਆ ਕਿ ਨਹੀਂ ਉਹ ਇੱਥੇ ਨਹੀਂ ਸੀਗੇ, ਪਰ ਉਹਨਾਂ ਦੇ 2 ਬੰਦੇ ਜਿਨ੍ਹਾਂ ਦਾ ਨਾਮ ਵੀ ਰਿਪੋਰਟ 'ਚ ਹੈ, ਉਹਨਾਂ ਨੂੰ ਉਹਨਾਂ ਵੱਲੋਂ ਹੀ ਇਨਸਟਰਕਸ਼ਨਸ ਮਿਲ ਰਹੀਆਂ ਸੀਗੀਆਂ, ਆਰਡਰ ਮਿਲ ਰਹੇ ਸੀਗੇ, ਜੋ ਆਰਡਰ ਅੱਗੇ ਫੋਲੋ ਕਰ ਰਹੇ ਸੀਗੇ। ਤੇ ਉੱਥੇ ਉਸ ਟਾਈਮ ਇੱਕ IG ਤੇ ਇੱਕ SSP ਉੱਥੇ ਸੀਗੇ, ਉਹ ਸਾਰੇ ਆਰਡਰਸ ਨੂੰ ਐਗਜ਼ੀਕਿਊਟ ਕਰਾਉਣ ਲਈ, ਜਿਵੇਂ ਕਿ ਚਲਾਨ 'ਚ ਲਿਖਿਆ ਹੋਇਆ, ਜਦ ਕਿ ਉਹ ਉੱਥੇ ਪੋਸਟਡ ਨਹੀਂ ਸੀਗੇ, ਪਰ ਉਹ ਉੱਥੇ ਰੁਕ ਕੇ ਉੱਥੇ ਖੜੇ ਹੋ ਕੇ ਉਹ ਸਾਰੇ ਆਰਡਰਸ ਨੂੰ ਐਗਜ਼ੀਕਿਊਟ ਕਰਵਾ ਰਹੇ ਸੀਗੇ। ਚਲੋ ਮੈਨੂੰ ਲੱਗਦਾ ਹੈ ਅੱਜ ਲਈ ਇੰਨਾ ਹੀ ਕਰਦੇ ਆ ਕਿ ਇਸ ਗੱਲ ਨੂੰ ਇੱਥੇ ਰੈਪ ਅਪ ਕਰਦੇ ਆ। ਸੁਖਬੀਰ ਬਾਦਲ ਦਾ ਨਾਮ ਚਲਾਨ 'ਚ ਪੇਸ਼ ਹੋਣ ਨਾਲ ਜਾਂ ਇਸ ਕੇਸ ਤੇ 7000 ਪੇਜ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਨਾਲ ਬਹੁਤ ਲੋਕ ਜਿਹੜੇ ਬੇਸਬਰੀ ਨਾਲ ਵੇਟ ਕਰ ਰਹੇ ਸੀਗੇ ਕਿ ਬੇਅਦਬੀਆਂ ਦੇ ਮਾਮਲੇ 'ਚ ਕਦੋਂ ਅੱਗੇ ਗੱਲ ਵਧੇਗੀ। 7-8 ਸਾਲ ਹੋ ਗਏ ਨੇ, ਵਿਚ ਇਜ਼ ਆਲਰੇਡੀ ਵੈਰੀ ਲੇਟ। ਤੇ ਚਲੋ ਉਹਨਾਂ ਨੂੰ ਥੋੜਾ ਰਿਲੀਫ ਜ਼ਰੂਰ ਮਿਲਿਆ ਹੋਏਗਾ ਤੇ ਪੰਜਾਬ ਵਿੱਚ ਅਮਨ ਹੋਵੇ, ਅਮਾਨ ਹੋਵੇ, ਸਾਰੇ ਖੁਸ਼ਹਾਲ ਤਰੀਕੇ ਨਾਲ ਜੀਏ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਈਏ। ਉਹ ਮੇਰੀ ਪਰਸਨਲ ਬਿਲੀਫ ਕੀ ਹੈ, ਤੁਹਾਡੀ ਪਰਸਨਲ ਬਿਲੀਫ ਕੀ ਹੈ, ਇਹਨੂੰ ਅਸਾਈਡ ਰੱਖ ਕੇ ਤੇ ਇਕੱਠੇ ਹੋ ਕੇ ਅੱਗੇ ਤੁਰਦੇ ਨਜ਼ਰ ਆਈਏ, ਕਿਉਂਕਿ ਫਿਲਹਾਲ ਜੋ ਮਾਹੌਲ ਬਣਿਆ ਹੋਇਆ ਹੈ ਉਹ ਭਿਆਨਕ ਹੈ, ਉਹ ਡਰਾਵਨਾ ਹੈ। ਹੋਪਿੰਗ ਫॉर ਅ ਹੈਪੀ ਸਕਾਈ ਵੱਲ ਜਾਂਦਾ ਪੰਜਾਬ। ਜੀ ਬਿਲਕੁਲ, ਥੈਂਕ ਯੂ ਸੋ ਮਚ। ਉੱਪਰ ਜਾਏ, ਤਰੱਕੀ ਕਰੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਲੋਕ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।